ਤੁਹਾਨੂੰ ਇੰਨੇ ਸਾਲ ਹੋ ਗਏ ਇੱਥੇ ਆਇਆਂ ਨੂੰ, ਤੁਹਾਨੂੰ ਕੀ ਲੱਗਦਾ ਕਿ ਪੰਜਾਬ ਛੱਡ ਕੇ ਜਾਂ ਆਪਣਾ ਮੁਲਕ ਛੱਡ ਕੇ ਲੋਕ ਇੱਥੇ ਕਿਉਂ ਆਉਂਦੇ ਨੇਗੇ? ਏਜੰਟ ਦੇ ਕੀ ਹੁੰਦਾ ਕਿ ਏਜੰਟ ਦਾ ਜਿਹੜਾ ਕਮਰਾ ਹੁੰਦਾ ਬੜਾ ਸੋਹਣਾ ਹੁੰਦਾ ਹੈ ਨਾ, ਉਹਨੇ ਬੜੇ ਹੈ ਨਾ ਤਰੀਕੇ ਨਾਲ ਉਸ ਹਿਸਾਬ ਨਾਲ ਰੱਖਿਆ ਹੁੰਦਾ। ਫਿਰ ਉਹ ਜਿਹੜੇ ਕੰਧਾਂ ਤੇ ਜਿਹੜੇ ਉਹ ਲਾਏ ਹੁੰਦੇ ਆ ਨਾ ਸਟਿੱਕਰ ਜੇ, ਠੀਕ ਹੈ, ਉਹ ਆਸਟ੍ਰੇਲੀਆ ਦੇ ਸਟਿੱਕਰ ਵੀ ਉੱਥੇ ਪੱਤੇ ਜਿਹੇ ਡਿੱਗਦੇ ਹਨ, ਕੈਨੇਡਾ ਦੇ ਥੋੜੇ ਦੂਜੇ ਸੁੱਕੇ ਪੱਤੇ ਦਿਖਾ ਦਿੰਦੇ ਆ ਨਾ। ਤਾਂ ਉਹ ਚੀਜ਼ ਦੇਖ ਕੇ ਇੱਕ ਹੋਰ ਅਲੱਗ ਤਰ੍ਹਾਂ ਦਾ ਆਪਾਂ ਸੁਪਨਾ ਬੁਣ ਲੈਂਦੇ ਹਾਂ ਨਾ। ਦਾ ਮੀਡੀਆ ਆ ਉਹ ਵੀ ਨਹੀਂ ਉੱਥੇ ਬੈਠ ਕੇ ਉਹ ਚੀਜ਼ਾਂ ਨੂੰ ਫਰੋਲਦਾ ਹੈਗਾ। ਜਿਵੇਂ ਆਪਾਂ ਅਕਸਰ ਦੇਖਦੇ ਹਾਂ ਰੋਜ਼ ਏਜੰਟਾਂ ਦੀਆਂ ਇੰਟਰਵਿਊਜ਼ ਹੁੰਦੀਆਂ ਨੇ ਅੱਜ ਕੱਲ੍ਹ, ਉੱਥੇ ਬਿਜ਼ਨਸ ਬਣ ਚੁੱਕਿਆ ਇਹ ਹੈ ਨਾ। ਪਰ ਜਿਹੜੀ ਔਖ ਆਉਂਦੀ ਆ ਉਹਦੇ ਬਾਰੇ ਕੋਈ ਵੀ ਉੱਥੇ ਗੱਲ ਕਰਕੇ ਰਾਜੀ ਨਹੀਂ ਗਾ। ਫਿਰ ਅਗਲੇ ਦਿਨ ਉੱਠਿਆ ਆਪਦਾ ਖਾ ਕੇ ਫਿਰ ਕੰਮ 'ਤੇ ਨਿਕਲ ਗਿਆ। ਉਹਦੇ ਅੰਦਰ ਕੀ ਚੱਲੀ ਜਾਂਦਾ ਉਹ ਕਿਸੇ ਨਾਲ ਸ਼ੇਅਰ ਨਹੀਂ ਕਰਦਾ। ਵੀ ਗੁਰਬਾਣੀ ਨਾਲ ਬਹੁਤ ਜੁੜਦਾ ਪੈਣਾ ਇੱਥੇ ਆ ਕੇ, ਕਿਉਂਕਿ ਉਹਨੂੰ ਹੋਰ ਕੋਈ ਵੀ ਫਿਰ ਇੱਥੇ ਆਸਰਾ ਨਹੀਂ ਮਿਲਦਾ ਗਾ। ਆਪਣੇ ਇੰਡੀਅਨ ਜਾਂ ਆਪਣੇ ਪੰਜਾਬੀ ਆ, ਉਹਨਾਂ ਨੇ ਹੀ ਸਾਡਾ ਬਹੁਤ ਇੱਥੇ ਸੱਤਿਆਨਾਸ਼ ਕੀਤਾ। ਔਰ ਇਹ ਸੱਚ ਆ ਭੈਣੇ ਕਿ ਜਿਹੋ ਜਿਹੀਆਂ ਹੋਈਆਂ ਨੇ ਵੀ ਜਿਹੜੇ ਸਟੂਡੈਂਟ ਆ ਉਹਨਾਂ ਨੇ ਫੇਅਰ ਵਰਕ ਨਾਲ ਗੱਲ ਕੀਤੀ ਵੀ ਸਾਡੇ ਪੈਸੇ ਨਹੀਂ ਦਿੱਤੇ ਜਾਂ ਸਾਡੇ ਨਾਲ ਇਹ ਨਹੀਂ ਹੋਏ, ਪਰ ਧੱਕਾ ਜਿਹੜਾ ਉਹ ਸਾਡੇ ਆਪ ਦੇ ਲੋਕਾਂ ਨੇ ਬਹੁਤ ਕੀਤਾ ਇੱਥੇ। ਸਤਿ ਸ਼੍ਰੀ ਅਕਾਲ, ਮੈਂ ਗੁਰਦੀਪ ਤੁਹਾਡਾ ਸਾਰਿਆਂ ਦਾ ਵੀ ਸੋਸ਼ਲ 'ਤੇ ਸਵਾਗਤ ਕਰਦੀ ਹਾਂ। ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਆਸਟ੍ਰੇਲੀਆ ਤੋਂ ਸਾਡਾ ਇਹ ਪਹਿਲਾ ਪ੍ਰੋਗਰਾਮ ਹੈ। ਇੱਕ ਖਾਸ ਲੜੀ ਜਿਹੜੀ ਅਸੀਂ ਇੱਥੋਂ ਸ਼ੁਰੂ ਕੀਤੀ ਹੈ ਉਹ ਹੈਗੇ ਆ ਆਸਟ੍ਰੇਲੀਆ 'ਚ ਰਹਿੰਦੇ ਪੰਜਾਬੀ। ਉਹ ਪੰਜਾਬੀ ਜਿਹੜੇ ਕਿ ਤਕਰੀਬਨ 1.5 ਦਹਾਕਾ ਪਹਿਲਾਂ ਪੰਜਾਬ ਛੱਡ ਕੇ, ਇੰਡੀਆ ਛੱਡ ਕੇ ਇੱਥੇ ਆ ਕੇ ਵਸ ਗਏ ਨੇਗੇ। ਇੱਥੇ ਆ ਕੇ ਭਾਵੇਂ ਉਹ ਕੱਚੇ ਤੌਰ 'ਤੇ ਆਏ, ਸਟੂਡੈਂਟ ਵੀਜ਼ੇ 'ਤੇ ਆਏ ਜਾਂ ਫਿਰ ਉਹ ਪੱਕੇ ਤੌਰ 'ਤੇ ਆਏ, ਇੱਥੋਂ ਦੀ ਜ਼ਿੰਦਗੀ ਦਾ ਉਹਨਾਂ ਨੇ ਹਰ ਤਜਰਬਾ ਕੀਤਾ। ਸੋ ਅੱਜ ਉਸੇ ਹੀ ਤਜਰਬੇ ਦੇ ਵਿੱਚੋਂ ਪਵਨਦੀਪ ਸਿੱਖ ਹੋਣੀ ਸਾਡੇ ਨਾਲ ਨੇ, ਜਿਹੜੇ ਕਿ ਇੱਥੋਂ ਦੀ ਜ਼ਿੰਦਗੀ ਦੀਆਂ ਤਲਖ ਹਕੀਕਤਾਂ ਸਾਡੇ ਨਾਲ ਸਾਂਝੀਆਂ ਕਰਨਗੇ ਕਿ ਕਿਵੇਂ ਆ ਜਿਹੜਾ ਅਸੀਂ ਪਿੱਛੋਂ ਵੱਡੇ ਵੱਡੇ ਸੁਪਨੇ ਲੈ ਕੇ ਆਉਂਦੇ ਹਾਂ ਕਿ ਚਲੋ ਹੁਣ ਅਸੀਂ ਆਸਟ੍ਰੇਲੀਆ ਚੱਲੇ ਹਾਂ ਜਾਂ ਕੈਨੇਡਾ ਅਮਰੀਕਾ ਚੱਲੇ ਹਾਂ ਤਾਂ ਸਾਡੀ ਜ਼ਿੰਦਗੀ ਜਿਹੜੀ ਸੁਖਾਲੀ ਹੋ ਗਈ ਆ, ਅਤੇ ਇੱਥੋਂ ਆ ਕੇ ਫਿਰ ਜਿਹੜਾ ਇੱਕ ਸੰਘਰਸ਼ ਉਹ ਪਿੱਛੇ ਛੱਡ ਕੇ ਆਏ ਹੁੰਦੇ ਨੇ ਅਤੇ ਇੱਥੇ ਆ ਕੇ ਫਿਰ ਜਿਹੜਾ ਉਹਨਾਂ ਦਾ ਇੱਕ ਨਵਾਂ ਸੰਘਰਸ਼ ਸ਼ੁਰੂ ਹੁੰਦਾ ਤਾਂ ਜ਼ਿੰਦਗੀ ਕਿਹੜੇ ਹਾਲਾਤਾਂ ਦੇ ਵਿੱਚੋਂ ਦੀ ਨਿਕਲਦੀ ਆ, ਮੈਂਟਲੀ ਤੁਹਾਨੂੰ ਕਿਹੜੀਆਂ ਚੀਜ਼ਾਂ ਫੇਸ ਕਰਨੀਆਂ ਪੈਂਦੀਆਂ ਨੇ। ਅੱਜ ਉਸੇ ਬਾਰੇ ਅਸੀਂ ਪਵਨ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਉਹਨਾਂ ਦਾ ਸਵਾਗਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਪਵਨ। ਸਤਿ ਸ਼੍ਰੀ ਅਕਾਲ ਵੀ ਸੋਸ਼ਲ 'ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਥੈਂਕ ਯੂ। ਕੀ ਹਾਲ ਚਾਲ ਨੇ? ਹਾਲ ਚਾਲ ਵਧੀਆ ਜੀ, ਠੀਕ ਹੈ। ਐਸੇ ਆਪਾਂ ਨੂੰ ਸਾਰਿਆਂ ਨੇ ਕੋਟੀ ਸਵੈਟਰ, ਕਿਉਂਕਿ ਪੰਜਾਬ 'ਚ ਇਸ ਵੇਲੇ ਬਹੁਤ ਗਰਮੀ ਹੈ ਅਤੇ ਆਪਾਂ ਬਿਲਕੁਲ ਕੋਟੀਆਂ ਸਵੈਟਰ ਪਾ ਕੇ ਬੈਠੇ, ਠੰਡ ਚੱਲੀ ਜਾਂਦੀ ਸਹੀ ਹੈ। ਪਵਨ, ਜਿਹੜਾ ਇਸ ਸੀਰੀਜ਼ ਦਾ ਖਾਸ ਮੁੱਦਾ ਇਹ ਹੈਗਾ ਕਿ ਪੰਜਾਬ ਦੇ ਮੈਂ ਉਹਨਾਂ ਮੁੰਡੇ ਕੁੜੀਆਂ ਦੇ ਨਾਲ ਜਾਂ ਉਹਨਾਂ ਲੋਕਾਂ ਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰ ਰਹੀ ਹਾਂ ਜਿਹੜੇ ਕਿ ਆਸਟ੍ਰੇਲੀਆ ਬਹੁਤ ਚਿਰ ਤੋਂ ਆਏ ਹੋਏ ਨੇ। ਤਕਰੀਬਨ ਉਹਨਾਂ ਨੇ 1 ਦਹਾਕਾ ਆਸਟ੍ਰੇਲੀਆ ਦੀ ਜ਼ਿੰਦਗੀ ਦਾ ਵੀ ਦੇਖ ਲਿਆ ਅਤੇ ਹੁਣ ਆਪਣੇ ਕੰਮਾਂ ਕਾਰਾਂ 'ਤੇ ਨੇ, ਹੈ ਨਾ ਜੀ। ਤੁਹਾਨੂੰ ਇੰਨੇ ਸਾਲ ਹੋ ਗਏ ਇੱਥੇ ਆਇਆਂ ਨੂੰ, ਤੁਹਾਨੂੰ ਕੀ ਲੱਗਦਾ ਕਿ ਪੰਜਾਬ ਛੱਡ ਕੇ ਜਾਂ ਆਪਣਾ ਮੁਲਕ ਛੱਡ ਕੇ ਲੋਕ ਇੱਥੇ ਕਿਉਂ ਆਉਂਦੇ ਨੇਗੇ? ਕਈ ਚੀਜ਼ਾਂ ਨੇ ਨਾ ਭੈਣੇ, ਹਰੇਕ ਦਾ ਆਪਦਾ ਯਾਨੀ ਕਿ ਮੋਟਿਵ ਹੈ। ਕਿਸੇ ਨੂੰ ਇਹ ਲੱਗਦਾ ਕਿ ਉਹ ਉੱਥੇ ਸ਼ਾਇਦ ਨਹੀਂ ਸੈੱਟ ਹੋ ਸਕਦਾ ਨਾ, ਤਾਂ ਉਹਨੂੰ ਇਹ ਲੱਗਦਾ ਕਿ ਬਾਹਰ ਜਾ ਕੇ ਜ਼ਿਆਦਾ ਉਹਦੇ ਕੋਲ ਓਪਰਚੁਨਿਟੀਜ਼ ਹੈਗੀਆਂ ਨੇ, ਇਹ ਜੋਬ ਨੂੰ ਲੈ ਕੇ ਹੈਗੀਆਂ, ਸ਼ਾਇਦ ਉਹ ਇਹ ਚੀਜ਼ ਕਰ ਸਕਦੇ ਆ। ਕਈ ਚੀਜ਼ਾਂ ਨੂੰ ਇਹ ਵੀ ਕਹਿ ਸਕਦੇ ਹਾਂ ਵੀ ਜਿਵੇਂ ਆਪਾਂ ਉੱਥੇ ਕਹਿ ਸਕਦੇ ਵੀ ਕਈ ਬੰਦਿਸ਼ਾਂ ਨੇ ਸਾਨੂੰ ਉੱਥੇ ਨਾ ਕਈ ਤਰ੍ਹਾਂ ਦੀਆਂ, ਜਿਵੇਂ ਖਾਸ ਕਰਕੇ ਕੁੜੀਆਂ ਨੂੰ, ਠੀਕ ਹੈ। ਅਤੇ ਪਰ ਉਹ ਇੱਥੇ ਆ ਕੇ ਉਸ ਚੀਜ਼ 'ਤੇ ਜਦੋਂ ਇੱਥੇ ਆ ਕੇ ਕੰਮ ਕਰਦੀਆਂ ਨੇ, ਸੋ ਉਹਨਾਂ ਕੋਲ ਇੱਕ ਨਵਾਂ ਤਜਰਬਾ ਮਿਲਦਾ, ਉਹਨਾਂ ਕੋਲ ਨਵਾਂ ਐਕਸਪੀਰੀਅੰਸ ਹੁੰਦਾ, ਕੁਛ ਉਹਨਾਂ ਦਾ ਆਪਦਾ ਜਿਹੜਾ ਦਿਮਾਗ ਹੈ ਜਿਹੜਾ ਉਹ ਨਵੇਂ ਕ੍ਰੀਏਟਿਵ ਚੀਜ਼ਾਂ ਨਾ ਕਰਦੇ ਆ। ਤਾਂ ਉਹ ਸ਼ਾਇਦ ਮੇਰੇ ਹਿਸਾਬ ਨਾਲ ਤਾਂ ਇਹੀ ਹੁੰਦਾ ਨਾ ਆਪਾਂ ਨੂੰ ਉੱਥੇ। ਪਰ ਜੇ ਗੱਲ ਕਰੀਏ ਕਿ ਜਿਹੜਾ ਅੱਜ ਦਾ ਦੌਰ ਆ ਜਾਂ ਹੁਣ ਵੈਸੇ ਵੀ ਹੈ ਵੀ ਜਿਵੇਂ ਅਸੀਂ ਵੀ ਜਦੋਂ ਆਏ ਹਾਂ ਨਾ, ਉਦੋਂ ਸਾਨੂੰ ਵੀ ਅਸੀਂ ਵੀ ਇਹ ਸੋਚਦੇ ਸੀਗੇ ਵੀ ਫਲਾਨਾ ਗਿਆ ਮੈਂ ਵੀ ਜਾਣਾ ਹੈ, ਧੌਂਕਾ ਗਿਆ ਮੈਂ ਵੀ ਜਾਣਾ ਹੈ। ਚੱਕਰ ਕੀ ਹੈ ਕਿ ਇੱਥੇ ਦਾ ਜਿਹੜਾ ਕਲਚਰ ਹੈ ਅਤੇ ਜਿਹੜਾ ਸਾਡਾ ਕਲਚਰ ਉਹ ਬਹੁਤ ਜ਼ਿਆਦਾ ਡਿਫਰੈਂਟ ਹੈ। +2 ਤੋਂ ਬਾਅਦ ਜਿਹੜਾ ਇਹਨਾਂ ਦਾ ਸਰਕਲ ਹੁੰਦਾ, ਜਿਵੇਂ +1 +2 ਜਿਹੜਾ ਇਹਨਾਂ ਦਾ ਹੁੰਦਾ, ਯਾਨੀ ਕਿ ਜਦੋਂ ਬੰਦੇ ਦੀ ਸਕੂਲਿੰਗ ਖਤਮ ਹੁੰਦੀ ਹੈ ਤਾਂ ਇਹ ਆਪਦੇ ਬੱਚਿਆਂ ਨੂੰ ਟਾਈਮ ਦਿੰਦੇ ਆ ਕਿ ਤੁਸੀਂ ਜਾਓ ਅਤੇ ਜਾ ਕੇ ਥੋੜ੍ਹੀ ਜਿਹੀ ਦੁਨੀਆ ਦੇਖੋ। ਜਿਵੇਂ ਕਿ ਤੁਸੀਂ ਤੁਹਾਨੂੰ ਵੀ ਪਤਾ ਹੋਊ ਵੀ ਇੱਥੇ ਜਿਵੇਂ ਇੱਧਰ ਵੀ ਆਉਂਦੇ ਰਹਿੰਦੇ ਜਿਵੇਂ ਬੈਕਪੈਕਰਸ ਹੁੰਦੇ ਆ, ਉਹ ਇੰਡੀਅਨ ਵਾਸਤੇ ਉਹ ਵੀਜ਼ਾ ਨਹੀਂ ਹੁੰਦਾ ਕਿਉਂਕਿ ਆਪਣੇ ਜਾ ਕੇ ਉੱਥੇ ਫਿਰ ਪਰਮਾਨੈਂਟ ਹੀ ਕਰ ਦਿੰਦੇ ਆ ਨਾ। ਸੋ ਇਹ ਚੀਜ਼ਾਂ ਯਾਨੀ ਕਿ ਹੁਣ ਉੱਥੇ ਕੀ ਹੁੰਦਾ ਵੀ +2 ਖਤਮ ਹੋਈ ਹੈ, ਉਸ ਤੋਂ ਬਾਅਦ ਦਵਾ ਵੀ ਅੱਗੇ ਯਾਨੀ ਕਿ ਸਟਾਰਟ ਕਰ ਦਿੰਦਾ ਬੱਚਾ ਨਾ ਕਿ ਮੈਨੂੰ ਹੁਣ ਡਿਪਲੋਮੇ 'ਚ ਐਡਮਿਸ਼ਨ ਲੈਣੀ ਹੈ ਜਾਂ ਮੈਂ ਡਿਗਰੀ ਕੋਈ ਕਰਨੀ ਹੈ, ਅਤੇ ਜਾਂ ਫਿਰ ਕਈਆਂ ਨੂੰ ਇਹ ਹੁੰਦਾ ਵੀ ਪਾਇਲਟਸ ਕਰਨੀ ਹੈ, ਬਾਹਰ ਜਾਣਾ ਹੈ। ਸੋ ਇਹ ਕਈ ਚੀਜ਼ਾਂ ਹੈਗੀਆਂ ਨੇ। ਸੋ ਆਪਾਂ ਅੱਗੇ ਸ਼ਾਇਦ ਉਹਨਾਂ ਨੂੰ ਨਾਲ ਗੱਲ ਕਰਾਂਗੇ। ਜਦੋਂ ਆਪਣੇ ਨਾ ਘਰਾਂ 'ਚੋਂ ਕੋਈ ਵੀ ਜਾਂ ਪਿੰਡਾਂ 'ਚੋਂ ਕੋਈ ਵੀ ਬਾਹਰ ਨੂੰ ਆਉਂਦਾ ਹੈ ਨਾ,
ਤੁਸੀਂ ਆਏ ਹੋਵੋਗੇ ਤਾਂ ਪਿੱਛੇ ਆਪਣੇ ਗੱਲਾਂ ਹੋਣ ਲੱਗ ਜਾਂਦੀਆਂ, ਚੱਲ ਵੀ ਹੁਣ ਤਾਂ ਗਰੀਬੀ ਚੱਕੀ ਗਈ, ਜਿਹੜੇ ਕਿ ਜੀ। ਫਾਈਨੈਂਸ਼ੀਅਲ ਰੀਜ਼ਨਸ ਕਰਕੇ ਹਾਂ। ਆਉਂਦੇ ਨੇਗੇ, ਜੀ। ਜਾਂ ਫਿਰ ਇਹ ਹੁੰਦਾ ਵਾ ਵੀ ਚੱਲ ਭਾਈ ਉਹ ਤਾਂ ਹੁਣ ਸੈੱਟ ਆ ਵੀ ਹੁਣ ਉਹਦੀ ਜ਼ਿੰਦਗੀ ਹੈ ਜਿਹੜੀ ਬਹੁਤ ਵਧੀਆ, ਹੁਣ ਕੋਈ ਦੁੱਖ ਤਕਲੀਫ ਕੋਈ ਦੁੱਖ ਤਕਲੀਫ ਨਹੀਂ। ਪਰ ਜਦੋਂ ਤੁਸੀਂ ਇੱਕ ਆਪਾਂ ਵੀ ਜਦੋਂ ਨਹੀਂ ਬੰਦੇ ਨੇ ਲਾਈਫ ਇੱਧਰਲੀ ਦੇਖੀ ਹੁੰਦੀ ਜਾਂ ਨਹੀਂ ਸਰਕਮਸਟਾਂਸਿਸ ਦੇਖੇ ਹੁੰਦੇ ਵੀ ਕਿੰਨੀ ਸਟਰਗਲ ਉੱਧਰ ਜਾ ਕੇ ਵੀ ਤੁਹਾਡੀ ਜੀ। ਹੁੰਦੀ ਆ ਨਾ, ਆਪਣੀਆਂ ਵੀ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਨੇਗੀਆਂ ਵੀ ਚੱਲ ਹੁਣ ਤਾਂ ਵਧੀਆ, ਹੁਣ ਨਹੀਂ ਕੋਈ ਟੈਨਸ਼ਨ। ਜੀ। ਪਰ ਜਦੋਂ ਤੁਸੀਂ ਪੰਜਾਬ ਤੋਂ ਇੱਧਰ ਆਏ ਸੀ ਕਿ ਵਾਕਈ ਉਹੀ ਚੀਜ਼ਾਂ ਸੀਗੀਆਂ ਵੀ ਸਾਰਾ ਕੁਝ ਆਰਾਮ ਦੇ ਨਾਲ ਹੋ ਗਿਆ, ਕਿਵੇਂ ਦੀ ਲਾਈਫ ਤੁਸੀਂ ਉੱਧਰੋਂ ਸਟਰਗਲ ਜਿਹੜਾ ਇੱਕ ਛੱਡ ਕੇ ਆਏ ਸੀ ਵੀ ਪੰਜਾਬ 'ਚ ਸੈੱਟ ਨਹੀਂ ਹੋ ਸਕਦੀ, ਜੀ। ਫਿਰ ਤੁਸੀਂ ਇੱਧਰ ਆਏ ਕਿ ਉਹ ਸਟਰਗਲ ਇੱਥੇ ਆ ਕੇ ਦੁਬਾਰਾ ਕਿਵੇਂ ਸ਼ੁਰੂ ਹੋਇਆ, ਜਾਂ ਹੈਗਾ ਜਾਂ ਨਹੀਂ ਹੈਗਾ, ਕੀ ਰਿਐਲਿਟੀ ਆ ਅਸਲ ਦੇ ਵਿੱਚ? ਅਸਲ 'ਚ ਜਿਹੜੀ ਉੱਥੇ ਆਪਾਂ ਕਿਤਾਬ ਜੀ ਇੱਕ ਦੇਖ ਕੇ ਆਉਂਦੇ ਆ ਨਾ, ਜਦੋਂ ਬੰਦਾ ਪਹਿਲਾਂ ਜਾਂਦਾ ਏਜੰਟ ਦੇ ਕੋਲੇ ਹਨਾ, ਤਾਂ ਏਜੰਟ ਦੇ ਕੀ ਹੁੰਦਾ ਕਿ ਏਜੰਟ ਦਾ ਜਿਹੜਾ ਕਮਰਾ ਹੁੰਦਾ ਬੜਾ ਸੋਹਣਾ ਹੁੰਦਾ ਹਨਾ, ਉਹਨੇ ਬੜੇ ਹਨਾ ਤਰੀਕੇ ਨਾਲ ਉਸ ਹਿਸਾਬ ਨਾਲ ਰੱਖਿਆ ਹੁੰਦਾ। ਫਿਰ ਉਹ ਜਿਹੜੇ ਕੰਧਾਂ ਤੇ ਜਿਹੜੇ ਉਹ ਲਾਏ ਹੁੰਦੇ ਆ ਨਾ ਸਟicker ਜੇ, ਠੀਕ ਹੈ, ਉਹ ਆਸਟ੍ਰੇਲੀਆ ਦੇ ਸਟicker ਵੀ ਉੱਥੇ ਪੱਤੇ ਜਿਹੇ ਡਿੱਗਦੇ ਹਨਾ, ਕੈਨੇਡਾ ਦੇ ਥੋੜੇ ਦੂਜੇ ਸੁੱਕੇ ਪੱਤੇ ਦਿਖਾ ਦਿੰਦੇ ਆ ਨਾ, ਤਾਂ ਉਹ ਚੀਜ਼ ਦੇਖ ਕੇ ਇੱਕ ਹੋਰ ਅਲੱਗ ਤਰ੍ਹਾਂ ਦਾ ਆਪਾਂ ਸੁਪਨਾ ਬੁਣ ਲੈਂਦੇ ਆ ਨਾ ਵੀ ਹੁਣ ਤਾਂ ਬਈ ਇੱਥੇ ਚਲੇ ਜਾਣਾ, ਆਪਾਂ ਇੱਥੇ ਜਾਣਾ, ਬਸ ਆਹ ਚੀਜ਼ਾਂ ਨੇ ਹਨਾ। ਅਸਲ ਦੇ ਵਿੱਚ ਜਦੋਂ ਜਿਹੜਾ ਇਹ ਕੰਮ ਬਾਹਰ ਜਾਣ ਦਾ ਹੋਇਆ ਨਾ, ਜਿਵੇਂ ਪਹਿਲਾਂ ਕੈਨੇਡਾ ਜ਼ਿਆਦਾ ਜਾਂਦੇ ਸੀ ਲੋਕ ਹਨਾ, ਸ਼ੁਰੂ ਤੋਂ ਹੀ ਆਪਾਂ ਨੂੰ ਪਤਾ ਆ ਅਮਰੀਕਾ ਵੱਲ ਜਾਂ ਉੱਧਰਲੇ ਪਾਸੇ ਤਾਂ ਆਪਾਂ ਨੂੰ ਜ਼ਿਆਦਾ ਹੀ ਹੁੰਦਾ ਸੀ ਯਾਰ ਫਲਾਣੇ ਦੀ ਭੂਆ ਕੈਨੇਡਾ, ਫਲਾਣੇ ਦਾ ਮਾਮਾ ਕੈਨੇਡਾ ਹਨਾ, ਤੇ ਉਹ ਚੀਜ਼ਾਂ ਨੂੰ ਹੀ ਦੇਖ ਕੇ ਅੱਗੇ ਨੂੰ ਆਪਾਂ ਤੁਰ ਪਏ ਵੀ ਯਾਰ ਅਸੀਂ ਵੀ ਬਾਹਰ ਜਾਣਾ, ਚਲੋ ਸਟੂਡੈਂਟ ਵੀਜ਼ਿਆਂ ਦਾ ਟਾਈਮ ਆ ਗਿਆ, ਇਹ ਚੀਜ਼ਾਂ ਖੁੱਲ੍ਹ ਗਈਆਂ ਨਾ। ਪਰ ਜਿਹੜੀ ਉਹਦੇ ਜਿਹੜੇ ਮਗਰਲੇ ਪਾਸੇ ਜਿਹੜਾ ਉਹਦੀ ਚੀਜ਼ ਸੀਗੀ, ਉਹ ਨਾ ਤਾਂ ਕਿਸੇ ਨੇ ਫਰੋਲੀ, ਠੀਕ ਹੈ, ਨਾ ਹੀ ਜਿਵੇਂ ਅੱਜ ਦਾ ਮੀਡੀਆ ਆ ਉਹ ਵੀ ਨਹੀਂ ਉੱਥੇ ਬੈਠ ਕੇ ਉਹ ਚੀਜ਼ਾਂ ਨੂੰ ਫਰੋਲਦਾ ਹੈਗਾ। ਜਿਵੇਂ ਆਪਾਂ ਅਕਸਰ ਦੇਖਦੇ ਹਾਂ ਰੋਜ਼ ਏਜੰਟਾਂ ਦੀਆਂ ਇੰਟਰਵਿਊਜ਼ ਹੁੰਦੀਆਂ ਨੇ ਅੱਜ ਕੱਲ੍ਹ, ਉੱਥੇ ਬਿਜ਼ਨਸ ਬਣ ਚੁੱਕਿਆ ਇਹ ਹੈ ਨਾ, ਪਰ ਜਿਹੜੀ ਔਖ ਆਉਂਦੀ ਆ ਉਹਦੇ ਬਾਰੇ ਕੋਈ ਵੀ ਉੱਥੇ ਗੱਲ ਕਰਕੇ ਰਾਜੀ ਨਹੀਂ ਗਾ, ਕਿਉਂਕਿ ਉਹਨਾਂ ਨੂੰ ਪਤਾ ਵੀ ਜੇ ਅਸੀਂ ਇਹ ਚੀਜ਼ਾਂ ਬਾਰੇ ਸ਼ੇਅਰ ਕਰਾਂਗੇ ਤਾਂ ਸਾਡਾ ਬਿਜ਼ਨਸ ਖੜ ਜਾਊਗਾ। ਤਾਂ ਜਿਹੜੀ ਤੁਸੀਂ ਗੱਲ ਕੀਤੀ ਸੀਗੀ ਕਿ ਵੀ ਕੀ ਆ ਕੇ ਜਿਹੜੀਆਂ ਨਾ ਚੀਜ਼ਾਂ ਹਾਲਾਤ ਹੈ ਬਹੁਤ ਹੀ ਡਿਫਰੈਂਟ ਹੈ, ਬਹੁਤ ਹੀ ਜ਼ਿਆਦਾ, ਕਿਉਂਕਿ ਉੱਥੇ ਬੈਠੇ ਲੋਕ ਇਹ ਸੋਚ ਲੈਂਦੇ ਵੀ ਸ਼ਾਇਦ ਜੇ ਮੁੰਡਾ ਗਿਆ ਹੈ ਤੇ ਬਸ ਇਹ ਉੱਥੇ ਕਮਾਈ ਕਰਨ ਗਿਆ। ਅਸੀਂ ਆਏ ਸਟੱਡੀ ਵੀਜ਼ੇ ਤੇ ਹੁੰਦੇ ਆ ਨਾ, ਤੇ ਸਾਡਾ ਮੇਨ ਮੋਟਿਵ ਹੋਰ ਚੀਜ਼ਾਂ ਨੂੰ ਲੈ ਕੇ ਸਾਨੂੰ ਹੁੰਦਾ ਆ। ਐਟ ਦਾ ਐਂਡ ਸਾਡਾ ਵੀ ਇਹ ਸੋਚ ਹੁੰਦੀ ਹੈ ਕਿ ਅਸੀਂ ਯਾਰ ਪੈਸਾ ਕਮਾਉਣਾ, ਪੈਸਾ ਭੇਜਣਾ ਨਾ, ਵੀ ਪੈਸਾ ਆਹ ਚੀਜ਼ ਹੱਲ ਕਰਨਾ ਆ। ਪਰ ਜਦੋਂ ਇੱਥੋਂ ਇਹਨਾਂ ਚੀਜ਼ਾਂ ਦੇ ਵਿੱਚ ਆ ਕੇ ਫਸਦੇ, ਇਹਨਾਂ ਨੇ ਇੱਕ ਜਾਲ ਬੁਣਿਆ ਹੋਇਆ, ਉਹ ਜਾਲ ਬਾਰੇ ਕਿਸੇ ਨੂੰ ਨਹੀਂ ਪਤਾ ਹੈਗਾ। ਜਦੋਂ ਇਸ ਜਾਲ 'ਚ ਆ ਕੇ ਫਿਰ ਜਦੋਂ ਇੱਥੇ ਆ ਕੇ ਬੰਦਾ ਅੜਦਾ ਨਾ, ਫਿਰ ਉਹਨੂੰ ਪਤਾ ਲੱਗਦਾ ਵੀ ਅਸੀਂ ਕਿੱਥੇ ਆ ਕੇ ਫਸ ਗਏ ਹਾਂ। ਕਿਉਂਕਿ ਜੋਬ ਹੈ, ਜੋਬ ਲੱਭਣੀ ਹੈ ਪਹਿਲਾਂ ਆ ਕੇ, ਯੂਨੀ ਸਟਾਰਟ ਹੋ ਰਹੀ ਹੈ ਉੱਧਰੋਂ, ਉਹਦੀਆਂ ਕਲਾਸਾਂ, ਫਿਰ ਉਸ ਤੋਂ ਬਾਅਦ ਜਿਹੜਾ ਤੁਹਾਨੂੰ ਅਸਾਈਨਮੈਂਟਸ ਹੈ, ਅਸਾਈਨਮੈਂਟਾਂ ਵੀ ਕਰਾਉਣੀਆਂ। ਪਹਿਲਾਂ ਤਾਂ ਡਿਪਲੋਮਿਆਂ ਦਾ ਕੰਮ ਸੀਗਾ ਜੀ, ਹਾਂ +2 ਤੋਂ ਬਾਅਦ ਤੁਹਾਨੂੰ ਸਿੱਧਾ ਡਿਪਲੋਮਾ ਮਿਲ ਗਿਆ, ਤੁਸੀਂ ਡਿਪਲੋਮਾ ਕਰਕੇ ਉਸ ਤੋਂ ਬਾਅਦ ਅੱਗੇ ਆਪਦੀ PR ਲਈ ਟਰਾਈ ਕਰਦੇ ਆ। ਜਿਹੜਾ ਹੁਣ ਕੰਮ ਹੈ, ਹੁਣ ਹੈਗਾ ਡਿਗਰੀ, ਉੱਥੋਂ ਡਿਗਰੀਆਂ 'ਚ ਵੀਜ਼ੇ ਲੱਗਦੇ ਆ ਵੀ ਤਕਰੀਬਨ ਇਸ ਵਕਤ ਮੇਰੇ ਹਿਸਾਬ ਨਾਲ 17-18 ਲੱਖ ਰੁਪਈਆ ਇੱਕ ਬੱਚੇ ਦਾ ਲੱਗ ਜਾਂਦਾ, ਮਾਮੂਲੀ ਜਿਹਾ ਲੱਗ ਜਾਂਦਾ ਨਾ। ਅਤੇ ਉਹ ਜਦੋਂ ਇੱਥੇ ਆ ਕੇ ਹੁਣ ਉਹ ਅਸਾਈਨਮੈਂਟ ਵੀ ਕਰਨੀਆਂ ਪੈਂਦੀਆਂ, ਜੇ ਅਸਾਈਨਮੈਂਟ ਕੰਪਲੀਟ ਨਹੀਂ ਹੁੰਦੀਆਂ ਜਾਂ ਉਹ ਕਈ ਵਾਰੀ ਕਰਦੇ ਆ ਕਿ ਫੇਲ ਕਰ ਦਿੰਦੇ ਆ, ਫਿਰ ਉਹ ਟਾਈਮ ਉਹਨਾਂ ਕੋਲ ਫਿਰ ਥੋੜ੍ਹਾ ਹੁੰਦਾ ਆ, ਫਿਰ ਉਹ ਜਾ ਕੇ ਸਬਮਿਟ ਕਰਾਉਣੀ ਆ। ਤਾਂ ਉਹ ਚੀਜ਼ਾਂ ਜਿਹੜੀਆਂ ਉਹਨਾਂ ਨੂੰ ਇੱਕੋ ਵਾਰੀ ਹੈਂਡਲ ਕਰਨਾ, ਫਿਰ ਜੋਬ ਦਾ ਪ੍ਰੈਸ਼ਰ, ਠੀਕ ਹੈ, ਘਰ ਦਾ ਰੈਂਟ, ਸਭ ਕੁਛ, ਉਹ ਚੀਜ਼ਾਂ ਉਸ ਚੀਜ਼ ਦੇ ਵਿੱਚ ਫਿਰ ਉਹ ਇੱਕੋ ਦਮ ਨਹੀਂ ਕਹਿੰਦੇ ਨਾ ਵੀ ਜਦੋਂ ਕਹਿ ਸਕਦੇ ਹਾਂ ਵੀ ਜਦੋਂ ਜਿਵੇਂ ਉਹ ਕ੍ਰਿਕਟ ਖੇਡਦੇ ਆ ਵੀ ਪਹਿਲੀ ਬੋਲ ਵੀ ਹੈ ਨਾ, ਦੂਜੀ ਵੀ, ਅਤੇ ਉਹ ਇਸ ਤਰੀਕੇ ਨਾਲ ਉਹਨਾਂ ਨੂੰ ਫਿਰ ਖੇਡਣੀਆਂ ਪੈਂਦੀਆਂ ਚੀਜ਼ਾਂ। ਇੱਕ ਚੀਜ਼ ਨਹੀਂ, ਬਹੁਤ ਸਾਰੀਆਂ ਚੀਜ਼ਾਂ ਇੱਥੇ ਇਹੋ ਜਿਹੀਆਂ ਆਉਂਦੀਆਂ ਜਿਹੜੀ ਤੁਸੀਂ ਸੋਚਦੇ ਵੀ ਨਹੀਂ ਵੀ ਤੁਹਾਨੂੰ ਹੈਂਡਲ ਕਰਨੀਆਂ ਪੈਂਦੀਆਂ। ਅਤੇ ਦੂਸਰਾ ਇਹ ਵੀ ਹੁੰਦਾ ਵਾ ਵੀ ਮੈਂਟਲੀ ਵੀ ਬੰਦਾ ਬਹੁਤ ਜ਼ਿਆਦਾ ਇਹਨਾਂ ਚੀਜ਼ਾਂ ਤੋਂ ਸਫਰ ਕਰਦਾ। ਉੱਦਾਂ ਤਾਂ ਚਲੋ ਹੈਗਾ ਹੀ ਹੈਗਾ ਕਿ ਬੰਦਾ ਕਦੇ ਖਾਣ ਨੂੰ ਪੈਸੇ ਹੁੰਦੇ ਨੇ, ਕਦੇ ਨਹੀਂ ਹੁੰਦੇ, ਅਕੋਮੋਡੇਸ਼ਨ ਦਾ ਖਰਚਾ, ਫਿਰ ਜੇ ਤੁਸੀਂ ਕੰਟਰੀ 'ਚ ਰਹਿੰਦੇ ਹੋ ਮੈਡੀਕਲ ਜਾਂ 100 ਤਰ੍ਹਾਂ ਦੇ ਹੋਰ ਖਰਚੇ ਨੇ ਤੁਹਾਡੇ ਨਾਲ ਆ ਕੇ ਜੁੜ ਜਾਂਦੇ ਨੇ, ਹੈ ਨਾ। ਪਿਛਲਿਆਂ ਨੂੰ ਇਹ ਹੁੰਦਾ ਵੀ ਮੁੰਡਾ ਬਾਹਰ ਚਲੇ ਗਿਆ, ਮਤਲਬ ਹੁਣ ਜ਼ਿੰਦਗੀ ਬਹੁਤ ਸੌਖੀ, ਉਹ ਵੀ ਸੈੱਟ ਆ ਅਤੇ ਪਿੱਛੇ ਅਸੀਂ ਵੀ ਸੈੱਟ, ਕੋਠੀ ਪਈ ਲਓ, ਹੈ ਨਾ। ਪਰ ਇੱਥੇ ਆ ਕੇ ਮੈਂਟਲੀ ਬੰਦਾ ਕਿਹੜੀਆਂ ਸਟੇਜਿਸ ਤੋਂ ਦੀ ਲੰਘਦਾ ਵਾ, ਹੈ ਨਾ। ਮੈਂਟਲੀ ਤੁਹਾਡਾ ਕੀ ਹਾਲ ਹੁੰਦਾ, ਫਿਰ ਉਹਨਾਂ ਚੀਜ਼ਾਂ ਦੇ ਨਾਲ ਕਿਵੇਂ ਸਟੂਡੈਂਟਸ ਡੀਲ ਕਰਦੇ, ਕਿਉਂਕਿ ਤੁਸੀਂ ਉਸ ਪੜਾਅ 'ਚੋਂ ਲੰਘ ਕੇ ਆਏ ਹੋ ਨਾ, ਤੁਸੀਂ ਸਟੂਡੈਂਟ ਆਏ ਸੀਗੇ, ਤਾਂ ਫਿਰ ਮਤਲਬ ਉਹਨਾਂ ਚੀਜ਼ਾਂ 'ਚੋਂ ਬੰਦਾ ਕਿਵੇਂ ਓਵਰਕਮ ਕਰਦਾ ਆ। ਜਿਹੜਾ ਭੈਣੇ ਤੁਸੀਂ ਆਹ ਗੱਲ ਕੀਤੀ ਹੈ ਨਾ ਵੀ ਮਗਰਲੇ ਇਹ ਸੋਚਦੇ ਆ, ਆਪਾਂ ਬੇਸਿਕਲੀ ਆਪਣਾ ਕੀ ਹੁੰਦਾ ਕਿ ਜਦੋਂ ਆਪਣੀ 6 ਮਹੀਨੇ ਬਾਅਦ ਫਸਲ ਆਉਂਦੀ ਹੈ ਨਾ, ਤਾਂ ਆਪਾਂ ਕਦੇ ਆਪਾਂ ਨੂੰ ਬਸ ਮਾੜਾ ਮੋਟੀ ਗੱਲ ਹੁੰਦੀ ਹੋਗੀ ਯਾਰ ਫਲਾਨਿਆਂ ਦਾ ਜਿਹੜਾ ਝਾੜ ਆ ਉਹ ਇੰਨਾ ਰਹਿ ਗਿਆ ਨਾ, ਅਤੇ ਫਲਾਨਿਆਂ ਦਾ ਝਾੜ ਆ ਜਿਹੜੀ ਉਹ ਇੰਨਾ ਆ ਗਿਆ, ਅਤੇ ਕੋਈ ਕਿਸੇ ਨੂੰ ਉੱਥੇ ਐਂ ਕੁਐਸਚਨ ਨਹੀਂ ਕਰਦਾ ਨਾ ਵੀ ਤੇਰੇ ਇੰਨਾ ਝਾੜ ਕਦੋਂ ਘਟਿਆ,
ਹਾਂ ਠੀਕ ਹੈ, ਵੀ ਫਲਾਨਿਆਂ ਦੀ ਫਸਲ ਚੋਂ ਇੰਨਾ ਝੜ ਕਿਉਂ ਆਇਆ, ਤੇਰੀ ਚ ਕਿਉਂ ਨਹੀਂ ਇੰਨਾ ਆਇਆ। ਸਾਨੂੰ ਉਹ ਸਾਰੇ ਕੁਐਸਚਨਾਂ ਦੇ ਆਨਸਰ ਦੇਣੇ ਪੈਂਦੇ ਆ, ਘਰਦਿਆਂ ਨੂੰ ਤਾਂ ਦੇਣੇ ਹੀ ਪੈਂਦੇ ਆ। ਜਿਹੜੇ ਰਿਸ਼ਤੇਦਾਰ ਆ, ਜਿਹੜੇ ਉੱਥੇ ਘਰ ਘਰ ਦੇ ਵਿੱਚ ਅੱਜ ਵਿਨੇ ਹੈਰੀ ਬਣੇ ਬੈਠੇ ਨਾ, ਉਹਨਾਂ ਨੂੰ ਵੀ ਗਾਂ ਇਹ ਜਵਾਬ ਦੇਣੇ ਪੈਂਦੇ ਆ। ਠੀਕ ਹੈ, ਤੁਸੀਂ ਉਹ ਆਪਣਾ ਕੁਐਸਚਨ ਕੀਤਾ ਸੀ ਨਾ ਵੀ ਇਹਦੀ ਵੀ ਕਿਵੇਂ ਮੈਂਟਲੀ ਜਿਹੜਾ ਸਟਰੋਂਗ ਹੈ ਨਾ, ਮੈਂਟਲੀ ਦੀ ਗੱਲ ਜਿਵੇਂ ਹੁਣ ਕੋਵਿਡ-19 ਚੱਲੀ ਜਾਂਦਾ ਹੈ, ਜਿਹੜੇ 2-3 ਮਹੀਨੇ ਪਹਿਲਾਂ ਜਿਹੜੇ ਬੱਚੇ ਆਏ ਆ, ਮੈਨੂੰ ਪਤਾ ਉਹ ਬਹੁਤ ਜ਼ਿਆਦਾ ਇਸ ਵਕਤ ਬੁਰੀ ਕੰਡੀਸ਼ਨ ਦੇ ਵਿੱਚ ਹੀ ਲੰਘ ਰਹੇ ਆ। ਕਿਸੇ ਕੋਲ ਆਪਦਾ ਗਰੋਸਰੀ ਦੇ ਲਈ ਨਹੀਂ ਹੈਗਾ, ਰੈਂਟ ਲਈ ਨਹੀਂ ਹੈਗਾ, ਫਿਰ ਸਟੱਡੀ ਦਾ ਉਹਨਾਂ ਨੂੰ ਪਤਾ ਹੀ ਨਹੀਂ ਹਜੇ, ਕਿਉਂਕਿ ਇਹ ਸਟੱਡੀ ਕਈਆਂ ਦੀ ਸਟਾਰਟ ਹੋਈ ਹੈ, ਆਨਲਾਈਨ ਸਟਾਰਟ ਹੋਈ ਹੈ, ਤੇ ਉਹਨਾਂ ਕੋਲ ਉਹ ਪ੍ਰੈਕਟੀਕਲ ਉਹ ਚੀਜ਼ ਹੈ ਨਹੀਂ ਗੀ ਵੀ ਅਸੀਂ ਕਿਵੇਂ ਕੰਪਲੀਟ ਕਰਕੇ ਦੇਣੀ ਹੈ ਨਾ। ਮੈਂਟਲੀ ਤਾਂ ਇੱਥੋਂ ਤੱਕ ਕਿ ਤੁਸੀਂ 2-4 ਕੇਸ ਇੱਦਾਂ ਦੇ ਵੀ ਹੋਏ ਆ ਜਿਨ੍ਹਾਂ ਨੇ ਸੁਸਾਈਡ ਅਟੈਂਪਟ ਕੀਤੇ ਆ ਬੱਚਿਆਂ ਨੇ। ਠੀਕ ਹੈ, ਕੋਵਿਡ-19 ਨਹੀਂ ਪਹਿਲਾਂ ਵੀ, ਯਾਨੀ ਕਿ ਹਜੇ ਤਾਂ ਇਹ ਨਹੀਂ ਕਿ ਚਲੋ ਵਾਹਿਗੁਰੂ ਦੀ ਕਿਰਪਾ ਵੀ ਹਜੇ ਸਭ ਕੁਝ ਠੀਕ ਚੱਲ ਰਿਹਾ ਹੈ, ਜਿਵੇਂ ਕਿ ਗੁਰਦੁਆਰਿਆਂ ਨੇ ਯਾਨੀ ਕਿ ਲੰਗਰ ਲਾਏ, ਤੇ ਹੋਰ ਵੀ ਯਾਨੀ ਕਿ ਕਈ ਵੀਰਾਂ ਨੇ ਸਾਥ ਦਿੱਤਾ ਨਾ, ਵੀ ਜੇ ਕਿਸੇ ਨੂੰ ਰੈਂਟ ਚਾਹੀਦਾ ਤਾਂ ਅਸੀਂ ਰੈਂਟ ਪ੍ਰੋਵਾਈਡ ਕਰਦੇ ਹਾਂ ਜਿਵੇਂ ਵੀ ਨਾ। ਪਰ ਉਸ ਤੋਂ ਪਹਿਲਾਂ ਵੀ ਜਿਹੜੀ ਮੈਂਟਲੀ ਤੁਹਾਨੂੰ ਸਟ੍ਰੈਸ ਆਉਂਦੀ ਹੈ ਨਾ ਇੱਥੇ, ਉਹ ਬਹੁਤ ਜ਼ਿਆਦਾ ਆਉਂਦੀ ਹੈ। ਕਈ ਵਾਰੀ ਇੱਥੇ ਦਾ ਕੀ ਗੱਲ ਹੈ ਵੀ ਕਈ ਵਾਰੀ ਤਾਂ ਇਹ ਹੁੰਦਾ ਵੀ ਚਲੋ ਜਿਹੜੇ ਬੱਚੇ ਉਹ ਪਹਿਲਾਂ ਪੰਜਾਬ ਤੋਂ ਜਾਣਦੇ ਸੀ ਇੱਕ ਦੂਜੇ ਨੂੰ, ਇੱਥੇ ਆ ਕੇ ਵੀ ਉਹ ਇੱਕ ਦੂਜੇ ਦਾ ਹਾਲ ਚਾਲ ਪੁੱਛ ਰਹੇ ਆ। ਪਰ ਕਈ ਵਾਰੀ ਇਹ ਹੁੰਦਾ ਕਿ ਬੱਚਾ ਆਪਦਾ ਕੰਮ ਤੋਂ ਆਇਆ, ਕੰਮ ਤੋਂ ਆ ਕੇ ਸਿੱਧਾ ਹੀ ਅੰਦਰ ਪੈ ਗਿਆ, ਠੀਕ ਹੈ, ਫਿਰ ਅਗਲੇ ਦਿਨ ਉੱਠਿਆ ਆਪਦਾ ਖਾ ਕੇ ਫਿਰ ਕੰਮ ਤੇ ਨਿਕਲ ਗਿਆ। ਉਹਦੇ ਅੰਦਰ ਕੀ ਚੱਲੀ ਜਾਂਦਾ ਉਹ ਕਿਸੇ ਨਾਲ ਸ਼ੇਅਰ ਨਹੀਂ ਕਰਦਾ। ਸੇਮ ਜਿਹੜੀ ਚੀਜ਼ ਹੁਣ ਬਾਲੀਵੁੱਡ 'ਚ ਸੁਸ਼ਾਂਤ ਹੋਰਾਂ ਨਾਲ ਹੋਈ ਹੈ, ਉਹ ਚੀਜ਼ਾਂ ਸੇਮ ਇੱਥੇ ਸਟੂਡੈਂਟ ਲਾਈਫ ਦੇ ਵਿੱਚ ਅਕਸਰ ਹੁੰਦੀਆਂ। ਤੇ ਇਹ ਕਹਿ ਸਕਦੇ ਹਾਂ ਕਿ ਚਲੋ ਹਜੇ ਫਿਰ ਵੀ ਵਾਹਿਗੁਰੂ ਦੀ ਕਿਰਪਾ ਕਿ ਜਿਹੜੇ ਬੱਚੇ ਆ ਜਿਹੜੇ ਅਸੀਂ ਹੈਗੇ ਹਾਂ ਨਾ ਸਟੂਡੈਂਟ ਸਾਰੇ ਵੀਰ, ਤੋਂ ਅਸੀਂ ਆਪਦੇ ਆਪ ਨੂੰ ਜਿਹੜੀ ਮੈਂਟਲੀ ਨਾ ਸਟਰੋਂਗ ਕਰ ਲੈਂਦੇ ਹਾਂ। ਸੋ ਵਾਹਿਗੁਰੂ ਦਾ ਨਾਮ ਜਿਹੜਾ ਉਹ ਬਹੁਤ ਵੱਡੀ ਚੀਜ਼ ਹੈ ਭੈਣੇ। ਤਕਰੀਬਨ ਇੱਥੇ ਹਰੇਕ ਬੰਦਾ ਆ ਕੇ ਨਾ, ਇੱਥੇ ਮੈਂ ਗੱਲ ਕਰਨੀ ਜ਼ਰੂਰ ਚਾਹੂੰਗਾ ਵੀ ਗੁਰਬਾਣੀ ਨਾਲ ਬਹੁਤ ਜੁੜਦਾ ਭੈਣੇ ਇੱਥੇ ਆ ਕੇ, ਕਿਉਂਕਿ ਉਹਨੂੰ ਹੋਰ ਕੋਈ ਵੀ ਫਿਰ ਇੱਥੇ ਆਸਰਾ ਨਹੀਂ ਮਿਲਦਾ ਗਾ। ਸੋ ਇਹ ਚੀਜ਼ ਹੈਗੀ ਹੈ, ਸੋ ਇਹ ਬਹੁਤ ਜ਼ਿਆਦਾ ਹੈ। ਪਵਨ, ਇੱਕ ਜਿਹੜੇ ਜਿਵੇਂ ਤੁਸੀਂ ਕਿਹਾ ਵੀ ਚੈਨਲ ਵੀ ਜਿਹੜੇ ਹੈਗੇ ਨੇ ਆਪਣੇ ਏਜੰਟ ਨੇਗੇ ਹੈ ਨਾ, ਉਹਨਾਂ ਨੂੰ ਪ੍ਰਮੋਟ ਕਰਦੇ ਨੇਗੇ ਕਿਉਂਕਿ ਉਹਨਾਂ ਨੂੰ ਐਡਸ ਮੋਟੀਆਂ ਮਿਲਦੀਆਂ ਨੇ ਹੈ ਨਾ, ਤਾਂ ਕਿ ਉਹਨਾਂ ਦਾ ਬਿਜ਼ਨਸ ਵੀ ਚੱਲਦਾ ਰਹੇ ਅਤੇ ਚੈਨਲ ਦਾ ਬਿਜ਼ਨਸ ਵੀ ਚੱਲਦਾ ਰਹੇ। ਪਰ ਜਿਵੇਂ ਆਪਣੇ ਕਹਿ ਦਿੰਦੇ ਨੇ ਕਿ ਇੰਨੇ ਲੱਖ ਲਾਓ ਅਤੇ ਵੀਜ਼ਾ ਲਵਾਓ, ਉੱਧਰ ਚਲੇ ਜਾਓ ਹੈ ਨਾ ਜੀ, ਤੁਹਾਨੂੰ ਲੱਗਦਾ ਹੈ ਕਿ ਸਿਰਫ ਮਤਲਬ ਇੱਧਰ ਦੀ ਲਾਈਫ ਇੰਨੀ ਸੌਖੀ ਜਾਂ ਸੋਹਣੀ ਆ ਵੀ ਤੁਹਾਡਾ ਜੋ ਵੀ ਕੁਛ ਵਿਕਦਾ ਪੰਜਾਬ 'ਚੋਂ ਵੇਚ ਕੇ ਤੁਸੀਂ ਇੱਧਰ ਆ ਜਾਓ? ਤੁਸੀਂ ਕੀ ਕਹਿਣਾ ਚਾਹੁੰਦੇ, ਕਿਉਂਕਿ ਤੁਸੀਂ ਹੁਣ ਕਾਫੀ ਸਾਲ ਇੱਥੋਂ ਦੀ ਜ਼ਿੰਦਗੀ ਦੇਖੀ ਆ ਨਾ ਜੀ, ਵੀ ਕਿਹੜੇ ਤਰੀਕਿਆਂ ਦੇ ਨਾਲ ਸਾਨੂੰ ਇੱਧਰ ਬਾਹਰ ਆਉਣਾ ਚਾਹੀਦਾ ਵਾ ਤਾਂ ਕਿ ਤੁਸੀਂ ਆ ਜਿਹੜਾ ਤੁਹਾਨੂੰ ਸੁਸਾਈਡ ਅਟੈਂਪਟ ਕਰਨ ਤੱਕ ਦੀ ਨੌਬਤ ਨਾ ਆਵੇ? ਤੁਹਾਨੂੰ ਮੈਂ ਦੱਸਦਾ ਭੈਣੇ, ਕਈ ਇਹੋ ਜਿਹੇ ਕੇਸ ਹੁੰਦੇ ਆ ਜਿਹੜੇ ਉੱਥੋਂ ਸਿੱਧਾ ਪਰਮਾਨੈਂਟ ਰੈਜ਼ੀਡੈਂਸੀ ਲੈ ਕੇ ਆ ਸਕਦੇ ਹੁੰਦੇ ਸੀਗੇ। ਚਲੋ ਹੁਣ ਥੋੜ੍ਹਾ ਆਸਟ੍ਰੇਲੀਆ ਤਾਂ ਸਟ੍ਰਿਕਟ ਹੈ, ਪਰ ਕੈਨੇਡਾ ਦੇ ਵਿੱਚ ਜਾਂ ਹੋਰ ਵੀ ਹੈ ਨਾ, ਤਾਂ ਏਜੰਟਾਂ ਨੂੰ ਕੀ ਹੁੰਦਾ ਵੀ ਏਜੰਟ ਦੀ ਸਿੱਧੀ ਜਿਹੜੀ ਆਪਣਾ ਯੂਨੀਵਰਸਿਟੀਜ਼ ਹੁੰਦੀਆਂ ਨੇ ਉਹਨਾਂ ਨਾਲ ਹੁੰਦਾ ਆ ਵੀ ਜਿਵੇਂ ਉਹਨਾਂ ਨੇ $30,000 ਵਾਲੀ ਫੀਸ ਵਾਲਾ ਬੱਚਾ ਦਿੱਤਾ ਉਹਨਾਂ ਨੇ, ਠੀਕ ਹੈ, ਉਹਦੇ 'ਚ ਕੁਝ ਪਰਸੈਂਟੇਜ ਹੁੰਦੇ ਨੇ, ਬਹੁਤ ਜ਼ਿਆਦਾ ਨਹੀਂ ਪਰ ਕੁਝ ਕੁ ਪਰਸੈਂਟ ਜਿਹੜੇ ਉੱਥੋਂ ਬੈਠੇ ਬਹੁਤ ਹੋ ਜਾਂਦੇ ਉਹਨਾਂ ਲਈ, ਜਿਵੇਂ 2.5-3 ਲੱਖ ਰੁਪਇਆ 4 ਲੱਖ ਰੁਪਇਆ ਇੱਕ ਸਟੂਡੈਂਟ ਮਗਰ ਉਹਨਾਂ ਨੂੰ ਬਚਦਾ, ਠੀਕ ਹੈ। ਤਾਂ ਉਹ ਫਿਰ ਉਸ ਹਿਸਾਬ ਨਾਲ ਉਹਨਾਂ ਨੂੰ ਸਟੱਡੀਆਂ ਲੈ ਕੇ ਦਿੰਦੇ ਆ ਵੀ ਜਿੰਨੀ ਮਹਿੰਗੀ ਸਟੱਡੀ ਲੈ ਕੇ ਦੇਵਾਂਗੇ, ਉੱਥੇ ਉਹਨੂੰ ਕਹਿ ਦਿੰਦੇ ਕੋਈ ਨਾ ਇੱਕ ਵਾਰੀ ਸਟੱਡੀ ਲੈ ਕੇ ਜਾਵੜਾ, ਉੱਥੇ ਆ ਕੇ ਚੇਂਜ ਕਰਾਣੀ, ਕਿਉਂਕਿ ਉਹਨਾਂ ਨੇ ਤਾਂ ਇੱਕ ਵਾਰੀ ਉੱਥੋਂ ਇੱਕ ਹਿਸਾਬ ਦਾ ਉਹਨਾਂ ਲਈ ਕੀ ਹੈ ਕਿ ਮੁਰਗੀ ਝਟਕਾਉਣ ਵਾਲਾ ਕੰਮ ਹੈ ਨਾ, ਉਹਨਾਂ ਨੇ ਤਾਂ ਉੱਥੋਂ ਝਟਕਾ ਦੇਣਾ ਆ। ਜਿਹੜੀ ਤੁਸੀਂ ਉਹ ਗੱਲ ਕੀਤੀ ਕਿ ਵੀ ਆਉਣਾ ਚਾਹੀਦਾ ਜਾਂ ਕਿਵੇਂ ਨਹੀਂ ਆਉਣਾ ਚਾਹੀਦਾ, ਅਸੀਂ ਸਾਡੇ ਨਾ ਅਕਸਰ ਜਿਹੜੀ ਘਰ ਦੇ ਵਿੱਚ ਟਾਕ ਹੁੰਦੀ, ਅਸੀਂ ਜਿਹੜੇ ਮੁੰਡੇ ਰਹਿੰਦੇ ਅਕਸਰ ਸਾਡੇ ਵਿੱਚ ਟਾਕ ਇਹੀ ਚੀਜ਼ਾਂ ਦੀ ਟਾਕ ਹੁੰਦੀ ਰਹਿੰਦੀ ਹੈ ਤਕਰੀਬਨ ਹੀ। ਸਾਡੇ ਵਿੱਚ ਕਦੇ ਵੀ ਗਾਣਿਆਂ ਦੀਆਂ ਗੱਲਾਂ ਬਾਤਾਂ ਨਹੀਂ ਸੀ ਕਰਦੇ, ਆਪਾਂ ਫਿਰ ਉਸ ਚੀਜ਼ ਨੂੰ ਫਿਰ ਵੀ ਆਵਾਂਗੇ। ਤੇ ਅਸੀਂ ਵੀ ਇਹੀ ਚੀਜ਼ ਗੱਲ ਕਰ ਰਹੇ ਸੀਗੇ ਵੀ ਕੀ ਚੀਜ਼ ਹੋ ਰਹੀ ਹੈ। IPS ਜਿਹੜੇ ਆਫੀਸਰ ਆ ਉਹ ਸਾਡੇ ਅੱਜ ਜਿਹੜੇ ਆ ਰਹੇ ਆ ਉਹ ਸਾਰੇ ਬਾਹਰੋਂ ਆ ਰਹੇ ਆ। ਪੰਜਾਬ ਦੇ IPS ਆਫੀਸਰ ਜਿਹੜੇ ਘਟ ਰਹੇ ਆ, ਠੀਕ ਹੈ। ਮੀਡੀਆ ਦੀ ਗੱਲ ਕੀਤੀ ਤੁਸੀਂ, ਮੀਡੀਆ ਜਿਹੜਾ ਹੁਣ ਇਸ ਵਕਤ ਚਲੋ ਠੀਕ ਹੈ, ਬਹੁਤ ਲੋਕ ਇਹੋ ਜਿਹੇ ਨੇ ਜਿਹੜੇ ਬਹੁਤ ਵਧੀਆ ਕੰਮ ਕਰ ਰਹੇ ਨੇ, ਪਰ ਮੀਡੀਆ ਵੀ ਹੁਣ ਕਿੰਨਾ ਲੋਕਾਂ ਦੀ ਜਾ ਕੇ ਇੰਟਰਵਿਊ ਕਰ ਰਿਹਾ, ਜਿਹੜੇ ਟਿਕਟੋਕ ਤੇ ਸਟਾਰ ਬਣੇ ਬੈਠੇ ਨੇ, ਜਿਹੜੇ ਫੇਸਬੁੱਕ ਤੇ ਸਟਾਰ ਬਣੇ ਬੈਠੇ ਨੇ, ਤੁਸੀਂ ਉਹਨਾਂ ਦੀ ਇੰਟਰਵਿਊ ਜਾ ਕੇ ਕਰ ਰਹੇ ਹੋ, ਤੁਸੀਂ ਉਹਨਾਂ ਨੂੰ ਪ੍ਰਮੋਟ ਕਰ ਰਹੇ ਹੋ। ਉਹ ਆਉਣ ਵਾਲਾ ਕੱਲ੍ਹ ਨਹੀਂ ਸਾਡਾ। ਜਿਹੜੇ IPS ਆਫੀਸਰ ਬੈਠੇ ਨੇ, ਕੋਈ ਮੁੰਡਾ ਪਰਮਿੰਦਰ ਸਿੰਘ ਖੋਸਾ, ਮੈਂ ਇੱਕ ਗੱਲ ਦੱਸਦਾ, ਮੈਨੂੰ ਲੱਗਦਾ ਪਰਮਿੰਦਰ ਸਿੰਘ ਖੋਸਾ ਹੀ ਬਾਈ ਦਾ ਨਾ, ਫਿਰੋਜ਼ਪੁਰ ਏਰੀਆ ਤੋਂ ਆ ਵੀਰਾ ਹੈ ਨਾ, ਉਹਨਾਂ ਨੇ ਟੈਸਟ ਪਾਸ ਕੀਤਾ ਸਿਰਫ 22-23 ਸਾਲ ਦੀ ਉਮਰ 'ਚ, ਠੀਕ ਹੈ। ਉਹ ਬੰਦਿਆਂ ਦੀ ਕੋਈ ਇੰਟਰਵਿਊ ਨਹੀਂ ਕਰਦਾ,
ਕਿ ਉਹਨਾਂ ਨੇ ਕੀ ਚੀਜ਼ਾਂ ਨੂੰ ਹੰਢਾਇਆ, ਸ਼ਾਇਦ ਉਹਨਾਂ ਨੇ ਵੀ ਕਿੱਥੋਂ ਉਹਨਾਂ ਦੇ ਸੁਪਨਾ ਇਹ ਚੀਜ਼ ਆਇਆ ਨਾ, ਤਾਂ ਕਿ ਹੋਰ ਬੱਚਿਆਂ ਨੂੰ ਹੋਰ ਹੱਲਾਸ਼ੇਰੀ ਮਿਲੇ ਕਿ ਯਾਰ ਵੀ ਅਸੀਂ ਵੀ ਇਹ ਚੀਜ਼ ਕਰ ਸਕਦੇ ਹਾਂ। ਵਿਨੇ ਹੈਰੀ ਹੋਰਾਂ ਦੀ ਚਲੋ ਠੀਕ ਹੈ, ਉਹਨਾਂ ਦਾ ਕੰਮ ਹੈ, ਹੋ ਸਕਦਾ ਚਲੋ ਬਹੁਤ ਲੋਕੀ ਆਉਣਾ ਜਾਣਾ ਚਾਹੁੰਦੇ ਆ ਇੱਧਰਲੇ ਪਾਸੇ, ਠੀਕ ਹੈ। ਤੁਸੀਂ ਹੋਰ ਵੀ ਕਈ ਵਕੀਲ ਆ ਜਿਨ੍ਹਾਂ ਦੇ ਤੁਸੀਂ ਉਹਨਾਂ ਦੀ ਉੱਥੇ ਇਮੀਗ੍ਰੇਸ਼ਨ ਲਾਇਰ ਉਹਨਾਂ ਦੀ ਤੁਸੀਂ ਇੰਟਰਵਿਊ ਕਰਦੇ ਆ, ਵਧੀਆ ਗੱਲ ਹੈ, ਕਰੋ, ਕੋਈ ਚੱਕਰ ਨਹੀਂ, ਪਰ ਉਹਨਾਂ ਦੀ ਵੀ ਤਾਂ ਕਰੋ ਨਾ ਜਿਹੜੇ ਸਾਨੂੰ ਸ਼ਾਇਦ ਉੱਥੇ ਬੈਠਿਆਂ ਨੂੰ ਕੁਛ ਨਾ ਕੁਛ ਸਿਖਾ ਸਕਦੇ ਆ, ਸਾਡੇ ਲਈ ਇੰਸਪੀਰੇਸ਼ਨ ਬਣ ਸਕਦੇ ਆ। ਹਾਂਜੀ, ਪੰਜਾਬ 'ਚ ਤੇ ਇੰਡੀਆ 'ਚ ਵੀ ਤੁਹਾਡਾ ਫਿਊਚਰ ਹੋ ਸਕਦਾ ਆ। ਹੁਣ ਫੇਸਬੁੱਕ ਦੇ ਜ਼ਰੀਏ ਕਈ ਇਹੋ ਜਿਹੇ ਵੀਰ ਹੈ ਜਿਨ੍ਹਾਂ ਨੇ ਆਪਦੀ ਰੋਟੀ ਪਾਣੀ ਬਹੁਤ ਸੋਹਣਾ ਚਲਾਇਆ ਆ, ਚਾਹੇ ਉਹ ਵਪਾਰ ਦਾ ਕੰਮ ਕਰਦੇ ਆ, ਚਾਹੇ ਉਹ ਕੋਈ ਉਹਨਾਂ ਨੇ ਆਪਦਾ ਕੋਈ ਜਿਵੇਂ ਕੋਈ ਨਵਾਂ ਕੋਈ ਸਹਾਇਕ ਧੰਦਾ ਅਪਣਾਇਆ ਹੋਵੇ, ਤੇ ਉਹਦੇ ਫੇਸਬੁੱਕ ਦੇ ਮਾਧਿਅਮ ਰਾਹੀਂ ਵੀ ਉਹ ਬਹੁਤ ਸੋਹਣੀ ਉੱਥੇ ਰੋਟੀ ਖਾ ਰਹੇ ਆ। ਉਹਨਾਂ ਬਾਰੇ ਕੋਈ ਗੱਲ ਨਹੀਂ ਕਰਕੇ ਰਾਜੀ। ਸੋ ਅਸੀਂ ਇਹ ਚੀਜ਼ਾਂ ਨੂੰ ਜੋ ਸਾਡੇ ਤੇ ਪ੍ਰਮੋਟ ਕੀਤਾ ਜਾ ਰਿਹਾ, ਫਿਰ ਉਹੀ ਗੱਲ ਹੈ, ਇੱਕ ਗੱਲ ਅਸੀਂ ਅਕਸਰ ਗੱਲ ਕਰਦੇ ਹੁੰਦੇ ਹਾਂ ਕਿ ਖਬਰ ਆਈ ਜਾਂਦੀ ਹੁੰਦੀ ਹੈ ਕਿ ਫਲਾਨੀ ਜਗ੍ਹਾ ਤੇ ਅੰਧ ਵਿਸ਼ਵਾਸ ਕਰਕੇ ਆਹ ਕਤਲ ਹੋ ਗਿਆ, ਇਹਦੀ ਬਲੀ ਦਿੱਤੀ ਗਈ, ਇਹ ਗਲਤ ਹੈ, ਪੁਲਿਸ ਨੇ ਮਾਮਲਾ ਦਰਜ ਕੀਤਾ, ਇਹ ਚੀਜ਼ ਨਹੀਂ ਹੋਣੀ ਚਾਹੀਦੀ। ਸਾਈਡ ਤੇ ਉਹਦੇ ਉਸੇ ਸਾਈਡ ਤੇ ਕਾਲਮ ਬਣਿਆ ਹੁੰਦਾ ਜਿੱਥੇ ਲਿਖਿਆ ਹੁੰਦਾ ਫਲਾਨੇ ਬਾਬੇ ਦੇ ਇੰਨੇ ਪੈਸੇ ਆ, ਤੁਸੀਂ ਉਹਦੇ ਨਾਲ ਰਾਬਤਾ ਕਰ ਸਕਦੇ ਹੋ ਸਕਦਾ ਚਲੋ ਵੀ ਉਹ ਤੁਹਾਨੂੰ ਪੈਸੇ ਦਿੰਦਾ ਮਸ਼ਹੂਰੀ ਦੇ ਲਈ, ਐਡਵਰਟਾਈਜ਼ ਲਈ, ਪਰ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਅਸੀਂ ਐਡਵਰਟਾਈਜ਼ਮੈਂਟ ਕਿਹਦੀ ਕਰ ਰਹੇ ਹਾਂ। ਠੀਕ ਹੈ, ਤੁਸੀਂ ਜੋ ਵੀ ਚੀਜ਼ ਨੂੰ ਪ੍ਰਮੋਟ ਕਰਨਾ ਕਰੋ, ਪਰ ਦੂਜੇ ਪਾਸੇ ਇਹ ਵੀ ਚੀਜ਼ ਦੇਖੋ ਨਾ ਵੀ ਸਾਨੂੰ ਕਿਹੜੀਆਂ ਚੀਜ਼ਾਂ ਪ੍ਰਮੋਟ ਅਸੀਂ ਹੋਰ ਕਰ ਸਕਦੇ ਹਾਂ ਨਾ, ਹੋਰ ਲੋਕਾਂ ਤੱਕ ਪਹੁੰਚਾ ਸਕਦੇ ਹਾਂ। ਆ ਪਿਛਲੇ ਕੁਛ ਟਾਈਮ ਦੇ ਵਿੱਚ ਜਦੋਂ ਆ ਕੋਵਿਡ ਦਾ ਵੀ ਚੱਲਿਆ ਨਾ, ਤਾਂ ਲੋਕ ਟਿਕਟੋਕ ਤੇ ਬੜੀਆਂ ਚੀਜ਼ਾਂ, ਆਹ ਚੀਜ਼ ਆ ਗਈ ਜੀ, ਫਲਾਨਾ ਆ ਗਿਆ, ਧਮਕਾ ਆ ਗਿਆ ਨਾ, ਪਰ ਉਹ ਚੀਜ਼ਾਂ ਸਾਨੂੰ ਨਹੀਂ ਚਾਹੀਦੀਆਂ। ਇਹ ਨਹੀਂ ਗੀ ਵੀ ਮੈਂ ਬਹੁਤ ਸਿਆਣਾ ਜਾਂ ਅਕਲ ਹੈਗੇ, ਪਰ ਸਾਨੂੰ ਇਹ ਚੀਜ਼ਾਂ ਦਾ ਪਤਾ ਹੈ, ਕੁਛ ਜਿੰਨਾ ਕੁ ਵੀ ਤਜਰਬਾ ਸੀ ਇੱਥੇ ਆ ਕੇ ਖੱਟਿਆ ਜਾਂ ਸਾਨੂੰ ਹੈ ਨਾ, ਜਾਂ ਇਹ ਵੀ ਕਹਿ ਲਓ ਭੈਣੇ ਵੀ ਤੁਸੀਂ ਵੀ ਥੋੜ੍ਹਾ ਜਿਹਾ ਅਸੀਂ ਮੀਡੀਆ ਦੇ ਨਾਲ ਇਨ ਟੱਚ ਰਹਿੰਦੇ ਹਾਂ ਹੈ ਨਾ, ਚੀਜ਼ਾਂ ਪੜ੍ਹਦੇ ਕਰਦੇ ਰਹਿੰਦੇ ਹਾਂ, ਤਾਂ ਸਾਨੂੰ ਇਹ ਚੀਜ਼ਾਂ ਨਹੀਂ ਚਾਹੀਦੀਆਂ। ਸਾਨੂੰ ਜਿਹੜੀਆਂ ਚੀਜ਼ਾਂ ਚਾਹੀਦੀਆਂ ਉਸ ਲੋਕਾਂ ਤੱਕ ਪਹੁੰਚਾਈਆਂ ਜਾਣ, ਤੇ ਉਹੀ ਸਾਡਾ ਬੈਸਟ ਸਾਧਨ ਹੈ। ਇੱਕ ਇਹ ਵੀ ਚੀਜ਼ ਮੈਨੂੰ ਲੱਗਦਾ ਹੁੰਦਾ ਕਿ ਅਸੀਂ ਜ਼ਿਆਦਾਤਰ ਪੰਜਾਬ ਦੀਆਂ ਜਾਂ ਇੰਡੀਆ ਦੀ ਜਿਹੜੀਆਂ ਡਾਰਕ ਸਾਈਡਸ ਨੇ ਉਹਨਾਂ ਨੂੰ ਹੀ ਦਿਖਾਉਂਦੇ ਆ, ਹੈ ਨਾ ਜੀ, ਤਾਂ ਬੰਦੇ ਦਾ ਕਿਤੇ ਨਾ ਕਿਤੇ ਮੀਡੀਆ ਦਾ ਬਹੁਤ ਵੱਡਾ ਹੱਥ ਆ। ਤੁਸੀਂ ਬਹੁਤ ਸਹੀ ਗੱਲ ਕੀਤੀ ਹੈ ਕਿ ਅਸੀਂ ਬੰਦੇ ਦਾ ਮਨ ਬਣਾ ਦਿੰਦੇ ਆ ਵੀ ਇੱਥੇ ਮੇਰਾ ਹੁਣ ਕੁਛ ਨਹੀਂ ਹੋ ਸਕਦਾ ਹੈਗਾ, ਨਹੀਂ ਹੋ ਸਕਦਾ, ਪਰ ਹਾਲਾਂਕਿ ਸਟਰਗਲ ਮਿਹਨਤ ਤਾਂ ਜੇ ਤੁਸੀਂ ਕਿਸੇ ਬਾਹਰਲੀ ਕੰਟਰੀ ਦੇ ਵਿੱਚ ਜਾਂਦੇ ਹੋ ਉੱਥੇ ਤੁਹਾਨੂੰ ਇੰਡੀਆ ਦੇ ਨਾਲੋਂ ਦੁੱਗਣੀ ਕਰਨੀ ਪੈਂਦੀ ਹੈ ਨਾ। ਇੰਡੀਆ 'ਚ ਤੁਹਾਡੇ ਕੋਲ ਤੁਹਾਡਾ ਘਰ ਪਰਿਵਾਰ ਮੋਰਲ ਸਪੋਰਟ ਤੁਹਾਡੇ ਕੋਲ ਆ, ਹੈ ਨਾ, ਤੁਹਾਡਾ ਘਰ ਬਣਿਆ ਹੋਇਆ। ਇੱਥੇ ਆ ਕੇ ਤੁਹਾਨੂੰ ਇੱਕ ਪੈਸੇ ਤੋਂ ਲੈ ਕੇ ਮਤਲਬ ਸਾਰਾ ਆਪਦਾ ਕੰਮ ਨਵੇਂ ਸਿਰਿਓਂ ਖੜਾ ਕਰਨਾ ਪੈਂਦਾ। ਸਟਰਗਲ ਤਾਂ ਇੱਥੇ ਵੀ ਥੋੜੀ ਨਹੀਂ ਹੈ ਜੀ। ਭੈਣੇ ਮੈਂ ਤੁਹਾਨੂੰ ਇਹ ਗੱਲ ਇੱਥੇ ਹੋਰ ਦੱਸਣੀ ਚਾਹੁੰਦਾ ਹਾਂ, ਅਸਲ 'ਚ ਨਾ ਅਸੀਂ ਕਾਮਯਾਬੀ ਦੇ ਅਰਥ ਹੀ ਬਦਲ ਕੇ ਰੱਖਦੇ ਹਾਂ। ਠੀਕ ਹੈ, ਜਦੋਂ ਵੀ ਹੁਣ ਗੱਲਬਾਤ ਕਰਦੇ ਆ ਜਾਂ ਕੁਛ ਕਹਿੰਦੇ ਤਾਂ ਉਹ ਕਹਿੰਦੇ ਵੀ ਫਲਾਨਾ ਬੰਦਾ ਕਾਮਯਾਬ ਹੈ। ਸਾਨੂੰ ਪਤਾ ਇੱਥੇ ਕੀ ਕੁਛ ਚੱਲਦਾ ਆ, ਠੀਕ ਹੈ, ਅਗਲੇ ਦੀ ਲਾਈਫ 'ਚ ਕੀ ਚੱਲੀ ਜਾਂਦਾ ਆ, ਹਰੇਕ ਨੂੰ ਪਤਾ ਹੁੰਦਾ। ਚਲੋ ਠੀਕ ਹੈ, ਅਸੀਂ ਕਿਸੇ ਨਾਲ ਅਗਲਾ ਬੰਦਾ ਸ਼ੇਅਰ ਨਹੀਂ ਕਰਦੇ ਜਾਂ ਕੁਛ ਵੀ ਨਾ, ਪਰ ਸਾਨੂੰ ਪਤਾ ਇੱਥੇ ਕੀ ਕੁਛ ਚੀਜ਼ਾਂ ਨੂੰ ਅਗਲੇ ਤੁਸੀਂ 2-3 ਮਹੀਨੇ ਹੋ ਗਏ ਤੁਹਾਨੂੰ ਇੱਥੇ ਆਏ ਨੂੰ, ਤੁਹਾਨੂੰ ਵੀ ਪਤਾ ਵੀ ਕਿਵੇਂ ਦਿਨ ਲੰਘ ਰਹੇ ਆ, ਪਤਾ ਹੀ ਨਹੀਂ ਲੱਗਦਾ ਨਾ। ਤੇ ਇਹ ਜਿਹੜੇ ਸਾਲ ਆ ਇਹ ਦਿਨਾਂ ਵਾਂਗੂ ਜਾਂਦੇ ਆ ਇੱਥੇ, ਕਿਉਂਕਿ ਉਹ ਇੱਕ 24 ਘੰਟੇ ਐਂ ਲੱਗਦੇ ਆ ਕਿ ਯਾਰ ਬਹੁਤ ਥੋੜ੍ਹੇ ਆ, ਵੀ ਥੋੜ੍ਹੇ ਜ਼ਿਆਦਾ ਹੋਣੇ ਚਾਹੀਦੇ ਆ। ਤੇ ਇੱਕ ਗੱਲ ਇਹ ਹੈ ਵੀ ਚਲੋ ਅਸੀਂ ਵਾਹਿਗੁਰੂ ਦਾ ਸ਼ੁਕਰਗੁਜ਼ਾਰ ਕਰਦੇ ਹਾਂ ਵੀ ਸਾਡੇ ਕੋਲ ਫਿਰ ਵੀ ਨਾ ਕੁਝ ਟਾਈਮ ਹੁੰਦਾ ਵੀ ਅਸੀਂ ਖੇਡਣ ਨੂੰ ਕੱਢੀਏ ਜਾਂ ਕਿਸੇ ਹੋਰ ਪਾਸੇ ਕੱਢੀਏ, ਔਰ ਉਹ ਕੱਢਣਾ ਜ਼ਰੂਰੀ ਹੈ। ਠੀਕ ਹੈ, ਤੇ ਜਿਵੇਂ ਹੁਣ COVID-19 ਦਾ ਆਇਆ ਹੈ ਨਾ, ਇਹਦੇ ਵਿੱਚ ਵੀ ਇੱਕ ਖਾਸ ਬੇਨਤੀ ਹੈ ਸਾਰੇ ਭਰਾਵਾਂ ਨੂੰ ਭੈਣਾਂ ਨੂੰ ਕਿ ਆਪਦੇ ਨੇੜਲੇ ਬੰਦੇ ਜਿੰਨੇ ਵੀ ਤੁਹਾਡੇ ਨਾਲ ਕੋਈ ਰਹਿੰਦਾ ਆ ਉਹਦਾ ਹਾਲ ਚਾਲ ਜ਼ਰੂਰ ਪੁੱਛੋ, ਕਿਉਂਕਿ ਗੱਲ ਦੇ ਵਿੱਚੋਂ ਹੀ ਕੋਈ ਨਾ ਕੋਈ ਹੱਲ ਜ਼ਰੂਰ ਨਿਕਲਦਾ ਆ। ਬਹੁਤ ਇਹੋ ਜਿਹੇ ਭੈਣੇ ਕੇਸ ਹੈਗੇ ਆ ਜਿਹੜੇ ਹਜੇ ਬਾਹਰ ਨਹੀਂ ਕੋਈ ਆ ਰਿਹਾ, ਪਰ ਉਹ ਹੈਗੇ ਆ ਵੀ ਕਿਵੇਂ ਕਿਸੇ ਦੀ ਕੋਈ ਫੀਸ ਥੋੜ੍ਹੀ ਪਈ ਹੈ, ਕਿਉਂਕਿ ਹੁਣ ਅੱਗੇ ਤਾਂ ਇਹ ਹੁੰਦਾ ਚਲੋ ਜੇ ਫੀਸ ਘੱਟਦੀ ਹੈ ਤਾਂ ਆਪਾਂ ਇੰਡੀਆ ਤੋਂ ਮੰਗਾ ਸਕਦੇ ਹਾਂ, ਪਰ ਹੁਣ ਇੰਡੀਆ ਵੀ ਉਹੀ ਮਾਰ ਚੱਲ ਰਿਹਾ, ਇਹ ਵੀ ਆਸਟ੍ਰੇਲੀਆ ਵੀ ਕੈਨੇਡਾ ਵੀ, ਸਾਰੀ ਦੁਨੀਆ 'ਚ ਹੀ ਚੱਲੀ ਜਾਂਦਾ ਨਾ। ਸੋ ਅਗਲਾ ਕੁਐਸਚਨ ਜਿਵੇਂ ਭਵਨ ਆਪਣੇ ਕੈਨੇਡਾ ਦੇ ਵਿੱਚ ਪਿੱਛੇ ਜਿਹੇ ਮੁੱਦਾ ਉੱਠਿਆ ਸੀ ਵੀ ਸਟੂਡੈਂਟਸ ਨੂੰ ਜਿਹੜੇ ਉੱਥੋਂ ਦੇ ਪਹਿਲਾਂ ਰਹਿੰਦੇ ਲੋਕ ਸੀਗੇ ਆਪਣੇ ਖਾਸ ਤੌਰ ਤੇ ਪੰਜਾਬੀ, ਉਹ ਬੜਾ ਟਾਰਗੇਟ ਕਰਨ ਲੱਗ ਗਏ ਸੀ ਵੀ ਇਹਨਾਂ ਨੇ ਆ ਕੇ ਕੈਨੇਡਾ 'ਚ ਗੰਦ ਪਾਤਾ, ਹੈ ਨਾ, ਜਾਂ ਗੁਰਦੁਆਰਿਆਂ ਦੀ ਹਾਲਤ ਇਹਨਾਂ ਕਰਕੇ ਖਰਾਬ ਹੋ ਗਈ, ਜਾਂ ਸਾਈਡ ਦੇ ਗੁਰਦੁਆਰੇ ਲੰਗਰ ਖਾਣ ਨੂੰ ਬੈਠੇ ਰਹਿੰਦੇ ਨੇਗੇ। ਪਰ ਆਸਟ੍ਰੇਲੀਆ ਕਿਉਂਕਿ ਸਾਡੀ ਇੱਥੇ ਫਸਟ ਜਨਰੇਸ਼ਨ ਆ ਹਲੇ, ਹੈ ਨਾ, ਜਦੋਂ ਤੁਸੀਂ ਆਏ ਸੀਗੇ ਤਾਂ ਇੱਥੋਂ ਤੁਹਾਨੂੰ ਕਿਵੇਂ ਦੀ ਸਪੋਰਟ ਸੀਗੀ? ਇੱਥੋਂ ਦੀ ਸਪੋਰਟ ਦੀ ਗੱਲ ਦੱਸਦਾ ਆ। 1-2 ਚੈਨਲ ਹੈਗੇ ਆ ਜਿਵੇਂ ਹੈ ਨਾ ਇੱਥੇ ਵੀ, ਜਿਵੇਂ ਕੌਮੀ ਆਵਾਜ਼ ਇੱਕ ਚੈਨਲ ਹੈ ਨਾ, ਤਾਂ ਉਹਨਾਂ ਤੱਕ ਜੇ ਕੋਈ ਇਹੋ ਜਿਹੀ ਗੱਲ ਜਾਂਦੀ ਹੈ ਕੋਈ ਸਟੂਡੈਂਟਸ ਦੇ ਪ੍ਰਤੀ ਜਾਂ ਕੁਛ ਵੀ ਹੈ ਤਾਂ ਉਹ ਹੱਥ ਫੜਦੇ ਆ ਨਾ, ਵੀ ਇਹ ਨਹੀਂ ਹੁੰਦਾ ਵੀ ਤੁਸੀਂ ਉਹਨਾਂ ਨੇ ਆ ਕੇ ਤੁਹਾਨੂੰ ਦੱਸ ਦੇਣਾ ਹੁੰਦਾ, ਪਰ ਇਹ ਗਾਈਡੈਂਸ ਇੱਥੇ ਬਹੁਤ ਵੱਡੀ ਚੀਜ਼ ਹੈ ਭੈਣੇ, ਕਿਉਂਕਿ ਜਦੋਂ ਗਾਈਡੈਂਸ ਬੰਦੇ ਨੂੰ ਮਿਲ ਜਾਂਦੀ ਹੈ ਉਹਨੂੰ ਰਸਤਾ ਮਿਲ ਜਾਂਦਾ, ਮੈਂ ਇੱਧਰ ਤੁਰਨਾ, ਮੈਂ ਇੱਧਰ ਜਾਣਾ, ਹੈ ਨਾ।
ਸਪੋਰਟ ਦੀ ਗੱਲ ਭੈਣੇ ਜਿਹੜੀ ਉੱਥੇ ਥੋੜ੍ਹਾ ਜਿਹਾ ਡਿਫਰੈਂਟ ਹੈ ਕੈਨੇਡਾ ਦੇ ਵਿੱਚ ਕਲਚਰ ਹੈ ਨਾ। ਇੱਥੇ ਸਪੋਰਟ ਤਾਂ ਮਿਲਦੀ ਆ, ਇਹ ਨਹੀਂ ਕਿ ਵੀ ਚਲੋ ਆਪਾਂ ਫੋਨ ਕਰਦਾ ਚਲੋ ਜਿਹਦੇ ਲਿੰਕ ਆ ਉਹਨੂੰ ਮਿਲ ਜਾਂਦੀ ਹੈ ਥੋੜ੍ਹੀ ਹੈ ਨਾ ਵੀ ਹਾਂ ਵੀ ਅਗਲਾ ਦੱਸ ਦਿੰਦਾ ਜਾਂ ਕਿਵੇਂ ਵੀ ਆ। ਪਰ ਇੱਥੇ ਜਿਹੜਾ ਆਪਣੇ ਇੰਡੀਅਨ ਜਾਂ ਆਪਣੇ ਪੰਜਾਬੀ ਆ ਉਹਨਾਂ ਨੇ ਹੀ ਸਾਡਾ ਬਹੁਤ ਇੱਥੇ ਸੱਤਿਆਨਾਸ਼ ਕੀਤਾ ਔਰ ਇਹ ਸੱਚ ਆ ਭੈਣੇ। ਇਹੋ ਜਿਹੇ ਕਈ ਕੇਸ ਆ, ਇੱਕ ਨਹੀਂ ਗੇ ਕਈ ਹਜ਼ਾਰਾਂ ਕੇਸ ਆ ਜਿਨ੍ਹਾਂ ਦੇ 3-3 ਵਾਰ ਉਹਨਾਂ ਦਾ ਘੱਟੋ ਘੱਟ 40-40 50-50 ਡਾਲਰ ਲੱਗ ਚੁੱਕਿਆ। ਯਾਨੀ ਕਿ 1.5 2 ਲੱਖ ਡਾਲਰ ਆਲਰੇਡੀ ਸਿਰਫ ਏਜੰਟਾਂ ਨੂੰ ਜਾਂ ਤੇ ਸਿਰਫ ਉਹਨਾਂ ਨੂੰ ਜਿਹੜੇ ਇੱਥੇ ਰੈਸਟੋਰੈਂਟ 'ਚ ਜਾਂ ਕਿਸੇ ਨੂੰ ਸਪੋਂਸਰਸ਼ਿਪ ਵਗੈਰਾ ਜਾਂ ਕੁਛ ਇਹਦਾ ਉਹ ਅਲੱਗ ਹੈ। ਫਿਰ ਇੱਥੇ ਇੱਕ ਨਾ 2 ਹਫ਼ਤੇ 3 ਹਫ਼ਤੇ ਪਹਿਲਾਂ ਦੀ ਗੱਲ ਹੀ ਹੈ, ਉਹ ਭੈਣ ਹਜੇ ਥੋੜ੍ਹਾ ਟਾਈਮ ਪਹਿਲਾਂ ਇੰਡੀਆ ਤੋਂ ਆਈ ਸੀ, ਰੈਸਟੋਰੈਂਟ 'ਚ ਕੰਮ ਕਰਦੀ ਭੈਣ, ਅਤੇ ਉਹਨੇ ਸਾਡੇ ਕੋਲੇ ਜਾਣੀ ਗੱਲ ਕੀਤੀ ਵੀ ਚਲੋ ਵੀ ਵੀਰੇ ਤੁਸੀਂ ਥੋੜ੍ਹਾ ਚੈਨਲ ਵਾਲਿਆਂ ਨਾਲ ਗੱਲਬਾਤ ਹੁੰਦੀ ਰਹਿੰਦੀ, ਤੁਸੀਂ ਆਉਂਦੇ ਜਾਂਦੇ ਨਾ ਜਿਵੇਂ ਵੀ ਤੁਹਾਨੂੰ ਮੀਡੀਆ ਜਾਣਦਾ, ਅਤੇ ਉਹਨੇ ਰੈਸਟੋਰੈਂਟ ਦੇ ਵਿੱਚ ਕੰਮ ਕੀਤਾ ਭੈਣੇ, ਉਹਨੂੰ ਉਹਦੀ ਪੇ ਨਹੀਂ ਮਿਲੀ ਹਜੇ ਤੱਕ। ਠੀਕ ਹੈ। ਅਤੇ ਉਹ ਹੁਣ ਕਈ ਵਾਰੀ ਇਹ ਹੁੰਦਾ ਕਿ ਜਿਹੜੀਆਂ ਕੁੜੀਆਂ ਹੁੰਦੀਆਂ ਵਿਚਾਰੀਆਂ ਉਹਨੂੰ ਨਹੀਂ ਪਤਾ ਹੁੰਦਾ ਵੀ ਫੇਅਰ ਵਰਕ ਰਾਹੀਂ ਜਾਵਾਂਗੇ ਅੱਗੇ ਜਾਂ ਕਿਸੇ ਨਾਲ ਗੱਲਬਾਤ ਕਰੀਏ, ਕਿਉਂਕਿ ਉਹਨਾਂ ਨੂੰ ਇਹ ਲੱਗਦਾ ਕਿ ਜੇ ਅਸੀਂ ਗੱਲਬਾਤ ਕਰਾਂਗੇ ਸ਼ਾਇਦ ਕੋਈ ਸਾਡੇ 'ਤੇ ਨਾ ਐਕਸ਼ਨ ਆ ਜੇ। ਹਾਲਾਂਕਿ ਹੁਣ ਪਿੱਛੇ ਜੇ ਬਹੁਤ ਚੀਜ਼ਾਂ ਇਹੋ ਜਿਹੀਆਂ ਹੋਈਆਂ ਨੇ ਵੀ ਜਿਹੜੇ ਸਟੂਡੈਂਟ ਆ ਉਹਨਾਂ ਨੇ ਫੇਅਰ ਵਰਕ ਨਾਲ ਗੱਲ ਕੀਤੀ ਵੀ ਸਾਡੇ ਪੈਸੇ ਨਹੀਂ ਦਿੱਤੇ ਜਾਂ ਸਾਡੇ ਨਾਲ ਇਹ ਨਹੀਂ ਹੋਏ, ਪਰ ਧੱਕਾ ਜਿਹੜਾ ਉਹ ਸਾਡੇ ਆਪ ਦੇ ਲੋਕਾਂ ਨੇ ਬਹੁਤ ਕੀਤਾ ਇੱਥੇ। ਹਾਂ, ਕਿਉਂਕਿ ਕਿਸੇ ਨੇ ਕੰਮ ਫੁੱਲ ਕਰਾਇਆ, ਪੈਸੇ ਨਹੀਂ ਦਿੱਤੇ, ਕਿਸੇ ਨੇ ਕੁਛ ਕੀਤਾ। ਸੋ ਇਹ ਚੀਜ਼ ਹੈਗੀਆਂ ਨੇ ਇੱਥੇ, ਪਰ ਹੱਥ ਬੰਨ੍ਹ ਕੇ ਬੇਨਤੀ ਹੈ ਕਿਉਂਕਿ ਪੈਸਾ ਜਿਹੜਾ ਉਹ ਇੱਥੇ ਹੀ ਰਹਿ ਜਾਣਾ, ਪੈਸਾ ਕੋਈ ਹੈ ਨਾ, ਪਰ ਜਿਹੜੀਆਂ ਕਿ ਚੀਜ਼ਾਂ ਵੀ ਤੁਹਾਡੇ ਕਰਕੇ ਕਿਸੇ ਦੀ ਜ਼ਿੰਦਗੀ ਜਿਹੜੀ ਖਰਾਬ ਹੋ ਜੇ, ਕਿਉਂਕਿ ਇੱਕ ਬੰਦਾ ਐਂ ਹੁੰਦਾ ਭੈਣੇ ਜਿਹਦੀ ਸਟਾਰਟ ਵਧੀਆ ਹੋ ਜੇ ਨਾ ਤਾਂ ਉਹ ਥੋੜ੍ਹਾ ਜਿਹਾ ਵਧੀਆ ਅੱਗੇ ਜ਼ਿੰਦਗੀ ਖੇਡ ਜਾਂਦਾ ਆ, ਪਰ ਜਿਹਦੀ ਸਟਾਰਟ ਹੀ ਥੋੜ੍ਹੀ ਜਿਹੀ ਇੱਦਾਂ ਮੁਸ਼ਕਿਲ ਭਰੀ ਹੋ ਜੇ ਜਾਂ ਥੋੜ੍ਹਾ ਜਿਹਾ ਉਹਨੂੰ ਇਹ ਚੀਜ਼ਾਂ ਧੱਕੇ ਲੱਗ ਜਾਣ, ਤੁਹਾਨੂੰ ਬਹੁਤ ਲੰਬੇ ਸਮੇਂ ਤੱਕ ਉਹ ਚੀਜ਼ਾਂ ਨੂੰ ਹੈਂਡਲ ਕਰਨਾ ਪੈਂਦਾ। ਤੇ ਨਾਲੇ ਜਦੋਂ ਤੁਸੀਂ ਬਹੁਤ ਲੰਬੇ ਟਾਈਮ ਤੱਕ ਇੱਕੋ ਹੀ ਸਿਚੁਏਸ਼ਨ 'ਚ ਇੱਕੋ ਹੀ ਪ੍ਰੋਬਲਮ 'ਚ ਅੜੇ ਰਹਿ ਜਾਂਦੇ ਹੋ ਨਾ ਕਿਤੇ ਨਾ ਕਿਤੇ, ਕਿਉਂਕਿ ਹਰ ਗੱਲ 'ਚ ਮੇਰੇ ਤਾਂ ਅੱਜ ਕੱਲ੍ਹ ਹਰ ਟਾਕ 'ਚ ਮੇਰੀ ਮੈਂਟਲ ਹੈਲਥ ਆ ਜਾਂਦੀ ਆ। ਹਾਂਜੀ ਭੈਣੇ, ਬਹੁਤ ਜ਼ਰੂਰੀ ਹੈ ਇਹਦੇ 'ਤੇ ਗੱਲ ਕਰਨਾ, ਇਹਦੇ ਨਤੀਜੇ ਬਹੁਤ ਮਾੜੇ ਨੇਗੇ। ਤੁਸੀਂ ਕਿਸੇ ਦੇ ਨਾਲ ਧੱਕਾ ਕਰਦੇ ਹੋ ਹੈ ਨਾ, ਬੰਦੇ ਦਾ ਬਣਿਆ ਬਣਾਇਆ ਕੰਮ ਤੁਸੀਂ ਕਈ ਵਾਰੀ ਤੁਹਾਡੀ ਇੱਕ ਗੱਲ ਜਾਂ ਤੁਹਾਡੀ ਇੱਕ ਗਾਹਾਂ ਲਾਈ ਚੁਗਲੀ ਹੈ ਨਾ, ਉਹ ਬੰਦੇ ਦਾ ਸਾਰਾ ਕੰਮ ਖਰਾਬ ਕਰ ਦਿੰਦੀ ਆ, ਅਤੇ ਉਹਨੇ ਪਤਾ ਨਹੀਂ ਕਿੰਨੀਆਂ ਕਾਸਾਂ ਜੋੜੀਆਂ ਹੁੰਦੀਆਂ ਨੇ। ਭੈਣੇ ਮੈਂਟਲ ਹੈਲਥ ਦਾ ਮੈਂ ਥੋੜ੍ਹਾ ਤੁਹਾਨੂੰ ਪਹਿਲਾਂ ਪੰਜਾਬ ਲੈ ਕੇ ਚੱਲਦਾ। ਇਹ ਚੀਜ਼ ਸਾਡੇ ਪਤਾ ਕੀ ਗੱਲ ਹੈ ਹੈਗੀ ਇੰਡੀਆ 'ਚ ਵੀ, ਉੱਥੇ ਵੀ ਬਹੁਤ ਆ, ਪੰਜਾਬ 'ਚ ਵੀ ਬਹੁਤ ਜ਼ਿਆਦਾ, ਬਹੁਤ। ਠੀਕ ਹੈ, ਕਿਉਂਕਿ ਆਪਾਂ ਕਈ ਵਾਰੀ ਕੀ ਗੱਲ ਹੁੰਦੀ ਕਿ ਆਪਾਂ ਕਹਿ ਦਿੰਦੇ ਹਾਂ ਵੀ ਯਾਰ ਫਲਾਨੀ ਬੁੜੀ ਆਈ ਸੀ ਉਹ ਆਹ ਗੱਲ ਕਹਿ ਕੇ ਤੁਰ ਗਈ ਹੈ ਨਾ, ਉਹ ਕੀ ਹੁੰਦਾ ਕਿ ਅਸੀਂ ਉੱਥੇ ਝੱਟ ਗੱਲ ਕਹਿ ਦਿੰਦੇ ਹਾਂ, ਪਰ ਅਸੀਂ ਇਹ ਨਹੀਂ ਸੋਚਦੇ ਗੇ ਵੀ ਅਗਲੇ 'ਤੇ ਕੀ ਅਸਰ ਪੈਂਦਾ ਹੈ। ਉਹੀ ਅੱਗੇ ਗਾਂ ਹੁਣ ਜੇ ਇੱਧਰਲੇ ਪਾਸੇ ਗੱਲਾਂ 'ਚ ਚੈੱਕ ਕਰੀਏ ਤਾਂ ਇੱਥੇ ਥੋੜ੍ਹੀ ਮੈਂਟਲ ਸਟ੍ਰੈਸ ਹੋਰ ਤਰੀਕੇ ਦੀ ਆ ਜਾਂਦੀ ਹੈ। ਠੀਕ ਹੈ, ਕਿਉਂਕਿ ਤੁਹਾਨੂੰ ਉਹੀ ਫਿਰ ਆ ਜਾਂਦਾ ਵੀ ਤੁਹਾਡੇ ਕਿਉਂ ਖਰਚੇ ਬਹੁਤ ਹੁੰਦੇ ਆ ਇੱਥੇ ਹੈ ਨਾ, ਤੁਹਾਨੂੰ ਅੱਡੀ ਚੀਜ਼ਾਂ ਨੂੰ ਹੈਂਡਲ ਕਰਨਾ ਹੁੰਦਾ, ਤੁਹਾਨੂੰ ਇਹ ਨਹੀਂ ਪਤਾ ਗਾ। ਹੁਣ ਵਧੀਆ ਲਾਈਫ ਚੱਲਦੀ ਆ, ਬੰਦਾ ਆਪਦਾ ਕੰਮ ਤੋਂ ਘਰੇ ਆ ਰਿਹਾ, ਕੋਈ ਸਟੂਡੈਂਟ ਵੀਰ, ਉਹਦਾ ਰਸਤੇ 'ਚ ਰੱਬ ਨਾ ਕਰੇ ਕੋਈ ਐਕਸੀਡੈਂਟ ਹੋ ਗਿਆ, ਠੀਕ ਹੈ, ਉਹਨੂੰ ਅਗਲੇ ਦਿਨ ਕੰਮ ਦੀ ਫਿਕਰ, ਗੱਡੀ ਦਾ, ਹੋ ਸਕਦਾ ਉਹਨੇ 2 ਦਿਨ ਪਹਿਲਾਂ ਪੰਜਾਬ ਪੈਸੇ ਭੇਜੇ, ਹੁਣ 2 ਦਿਨ ਪਹਿਲਾਂ ਉਹਨੇ ਫੀਸ ਭਰੀ ਹੋਵੇ, ਤਾਂ ਫਿਰ ਇੱਕੋ ਦਮ ਸਾਰੀਆਂ ਚੀਜ਼ਾਂ ਨੂੰ ਟਾਰਗੇਟ ਕਰਨਾ ਉਹਨੂੰ ਲਈ ਫਿਰ ਬਹੁਤ ਔਖਾ ਹੋ ਜਾਂਦਾ। ਪਵਨ, ਆਪਾਂ ਬੜੇ ਸੀਮਿਤ ਸਾਧਨਾਂ ਦੇ ਨਾਲ ਹੀ ਇੰਟਰਵਿਊ ਕਰ ਰਹੇ ਹਾਂ, ਗੱਲਬਾਤ ਕਰ ਰਹੇ ਹਾਂ, ਅਤੇ ਤੁਸੀਂ ਕੁਛ ਕਹਿਣਾ ਚਾਹੋਗੇ ਆਖਿਰ ਦੇ ਉੱਪਰ, ਕਿਉਂਕਿ ਪੰਜਾਬ ਦੇ ਬਹੁਤ ਸਾਰੇ ਲੋਕ ਤੁਹਾਨੂੰ ਇਸ ਵੇਲੇ ਵੇਖ ਰਹੇ ਨੇ, ਨੌਜਵਾਨ ਮੁੰਡੇ ਕੁੜੀਆਂ ਵੇਖ ਰਹੇ ਨੇਗੇ ਹੈ ਨਾ, ਕਿ ਇੱਧਰ ਆਉਣਾ, ਕਿਉਂਕਿ ਇਹ ਦੇਖੋ ਇਸ ਗੱਲ 'ਚ ਤਾਂ ਕੋਈ ਸ਼ੱਕ ਨਹੀਂ ਕਿ ਇੱਧਰ ਬੈਟਰ ਫਿਊਚਰ ਹੈਗਾ ਹੈ ਨਾ। ਮੈਂ ਵੀ ਹੁਣ ਜਿੱਦਾਂ 4 ਮਹੀਨਿਆਂ ਦੇ ਵਿੱਚ ਇਹੀ ਚੀਜ਼ਾਂ ਓਬਜ਼ਰਵ ਕਰ ਰਹੀ ਸੀ, ਕਿਉਂਕਿ ਇੱਥੇ ਸਿਸਟਮ ਆ। ਪੰਜਾਬ 'ਚ ਸਾਡੇ ਕੋਲ ਸਾਰਾ ਕੁਛ ਹੈਗਾ ਵਾ, ਪਰ ਇੱਕ ਇਹ ਹੈ ਵੀ ਸਾਡੇ ਕੋਲ ਸਿਸਟਮ ਨਹੀਂ ਹੈਗਾ। ਪੰਜਾਬ 'ਚ ਇੰਡੀਆ 'ਚ ਸਿਸਟਮ ਵਧੀਆ ਆ ਜਾਊਗਾ ਤਾਂ ਮੈਨੂੰ ਨਹੀਂ ਲੱਗਦਾ ਵੀ ਕੋਈ ਵੀ ਜਣਾ ਆਪਣਾ ਘਰ ਪਰਿਵਾਰ ਛੱਡ ਕੇ ਕਿਸੇ ਹੋਰ ਮੁਲਕ ਦੇ ਵਿੱਚ ਜਾਣਾ ਚਾਹੂਗਾ। ਤੇ ਪਵਨ, ਤੁਸੀਂ ਐਂਡ 'ਤੇ ਕੀ ਕਹਿਣਾ ਚਾਹੋਗੇ? ਮੈਂ ਨਾ ਇੱਕ ਐਂਡ 'ਤੇ ਥੋੜ੍ਹੀ ਗੱਲ ਇੱਕ ਆਪਣੀ ਰਹਿ ਗਈ ਸੀ ਵਿੱਚ, ਪਿੱਛੇ ਜੇ ਕੀ ਹੋਇਆ ਕਿ ਪੰਜਾਬ ਦੇ ਵਿੱਚ ਸੁਸਾਈਡ ਹੋਏ ਆ ਸਿਰਫ ਇਸ ਕਰਕੇ ਕਿ ਸਾਡਾ ਵੀਜ਼ਾ ਨਹੀਂ ਲੱਗਿਆ ਗਾ। ਇਹ ਨਾ ਸੋਚੋ ਕਿ ਜੇ ਤੁਹਾਡਾ ਵੀਜ਼ਾ ਨਹੀਂ ਲੱਗਿਆ ਕਿ ਤੁਹਾਡੀ ਜ਼ਿੰਦਗੀ ਖਤਮ ਹੋ ਗਈ ਹੈ। ਸ਼ਾਇਦ ਹੋ ਸਕਦਾ ਵਾਹਿਗੁਰੂ ਨੇ ਉਸ ਤੋਂ ਬਿਹਤਰ ਤੁਹਾਡੇ ਲਈ ਸੋਚਿਆ ਹੋਵੇ ਅਤੇ ਬਿਹਤਰ ਉਹ ਚੀਜ਼ ਹੋ ਸਕਦੀ ਹੋਵੇ। ਉਸ ਚੀਜ਼ ਦੇ ਵਿੱਚ ਸਾਡਾ, ਮੇਰੇ ਕੋਲ ਅੱਜ ਹੀ ਭੈਣੇ ਉਹ ਗੱਲ ਮੈਂ ਤਾਂ ਕਰ ਰਿਹਾ, ਮੇਰੇ ਕੋਲ ਅੱਜ ਹੀ ਸੁਬਾਹ ਕਿਸੇ ਦਾ ਫੋਨ ਆਇਆ, ਕਹਿੰਦਾ ਯਾਰ ਫਲਾਨਾ ਸਾਡਾ ਯਾਰ ਦੋਸਤ ਹੀ ਹੈ, ਉਹ ਇਸ ਵਕਤ ਥੋੜ੍ਹਾ ਜਿਹਾ ਡਿਪਰੈਸ਼ਨ 'ਚ ਜਾ ਰਿਹਾ, ਕਿਉਂਕਿ 6 ਮਹੀਨਿਆਂ ਤੋਂ ਵੇਟ ਕਰ ਰਿਹਾ ਸੀ, ਅਤੇ ਹੁਣ ਉਸ ਤੋਂ ਬਾਅਦ ਕੋਵਿਡ ਆ ਗਿਆ, ਉਹਦੀ ਫੀਸ ਵਗੈਰਾ ਭਰੀ ਹੋਈ ਸੀ ਤਕਰੀਬਨ, ਅਤੇ ਉਹਨੇ ਸਾਰਾ ਕੁਛ ਆਲਰੇਡੀ ਉਹਨਾਂ ਨੇ ਜਿਹੜਾ ਕਿ ਪੈਸਾ ਵਿਆਜ 'ਤੇ ਚੱਕ ਕੇ ਭਰਿਆ ਸੀਗਾ, ਅਤੇ ਉਹ ਹੁਣ ਇੱਕ ਇਸ ਤਰੀਕੇ ਦਾ ਹੀ ਅਸੀਂ ਸੋਚਿਆ ਵੀ ਚਲੋ ਵੀ ਆਪਾਂ ਉਹਦੀ ਹੈਲਪ ਕਰ ਦਈਏ, ਫਿਰ ਉਹਨੂੰ ਕਹੋ ਵੀ ਕੋਈ ਨਹੀਂ 5-6 ਮਹੀਨੇ ਦਾ ਹੋਰ ਹੈ, ਵੀ ਕੋਈ ਗੱਲ ਨਹੀਂ, ਔਖਾ ਸੌਖਾ ਵੀ ਆਪਾਂ ਵੇਟ ਕਰ ਲੈਂਦੇ ਹਾਂ, ਕੋਈ ਚੱਕਰ ਨਹੀਂ ਗਾ। ਸੋ ਤੁਹਾਡੇ ਸਾਰਿਆਂ ਤੱਕ ਇਹ ਹੈ ਕਿ ਵੀਰੇ ਜੇ ਕਿਸੇ ਦਾ ਪਹਿਲਾਂ ਵੀਜ਼ਾ ਨਹੀਂ ਆਉਂਦਾ ਤਾਂ ਕੋਈ ਵੀ ਇਹੋ ਜਿਹਾ ਸਟੈਪ ਨਾ ਚੱਕੋ,
ਸੋ ਤੁਸੀਂ ਅਗਲੀ ਚੀਜ਼ ਦੀ ਜ਼ਰੂਰ ਇੰਤਜ਼ਾਰ ਕਰੋ, ਸ਼ਾਇਦ ਵਾਹਿਗੁਰੂ ਸੱਚੇ ਪਾਤਸ਼ਾਹ ਨੇ ਕੁਛ ਨਾ ਕੁਛ ਬਿਹਤਰ ਤੁਹਾਡੇ ਲਈ ਲਿਖਿਆ ਹੁੰਦਾ ਆ। ਅਤੇ ਬਾਕੀ ਇਹ ਗੱਲ ਹੈ ਕਿ ਧੜਾ ਧੜ ਤੁਸੀਂ ਜਿਹੜੀ ਪੈਸਾ ਚੱਕ ਕੇ ਤੁਸੀਂ ਰੱਖ ਰਹੇ ਹੋ ਅੱਜ ਕੱਲ੍ਹ, ਜਿਹੜਾ ਇੱਕ ਇੱਕ ਪਿੰਡ ਦੇ ਵਿੱਚੋਂ ਤਕਰੀਬਨ 3-3 4-4 ਕਰੋੜ ਜਾ ਰਿਹਾ, ਇਹ ਕਦੇ ਵੀ ਅਸੀਂ ਬਾਅਦ 'ਚੋਂ ਪੂਰਾ ਨਹੀਂ ਕਰ ਸਕਾਂਗੇ, ਚਾਹੇ ਤੁਸੀਂ ਜਿੰਨਾ ਮਰਜ਼ੀ ਜਾ ਕੇ ਬਾਹਰ ਕਹੀ ਚਲੋ ਕਿ ਸੈੱਟ ਹੋ ਜਾਵਾਂਗੇ, ਜੇ ਹੋ ਜਾਵਾਂਗੇ। ਸੋ ਜੇ ਤੁਸੀਂ ਬਹੁਤ ਵਧੀਆ ਉੱਥੇ ਆਪਦੀ ਪੜ੍ਹਾਈ ਲਿਖਾਈ ਕਰ ਰਹੇ ਹੋ ਤਾਂ ਤੁਹਾਡੇ ਕੋਲ ਇੱਕ ਬਹੁਤ ਵਧੀਆ ਅੱਗੇ ਵੀ ਓਪਰਚੁਨਿਟੀ ਹੁੰਦੀ ਹੈ ਕਿ ਤੁਸੀਂ ਵਧੀਆ ਪੜ੍ਹਾਈ ਕਰਕੇ ਪਹਿਲਾਂ ਹੀ ਉੱਥੋਂ ਤਾਂ ਵਧੀਆ ਤਰੀਕੇ ਨਾਲ ਵੀ ਤੁਸੀਂ ਪਰਮਾਨੈਂਟ ਰੈਜ਼ੀਡੈਂਸੀ ਜਿਹੜੀ ਹੈ ਕਿ ਉਹ ਲੈ ਸਕਦੇ ਹੋ। ਅਤੇ ਬਾਕੀ ਜੇ ਤੁਹਾਡੀ ਕੋਈ ਵਧੀਆ ਹੈਗੀ ਹੈ ਕਿ ਇਹ ਨਾ ਸੋਚੋ ਕਿ ਤੁਸੀਂ ਜਾਂਦੇ ਹੀ ਇੱਥੇ ਆ ਕੇ ਵੀ ਤੁਸੀਂ ਪੈਸਾ ਕਮਾਉਣ ਲੱਗ ਜਾਓਗੇ, ਪਰ ਅੱਜ ਦੀ ਜਿਹੜੀ ਸਿਚੁਏਸ਼ਨ ਆ ਉਹ ਸਿਰਫ ਪੈਸਾ ਦਾ ਨਹੀਂ, ਤੁਹਾਨੂੰ ਪੜ੍ਹਾਈ ਆਉਣੀ ਬਹੁਤ ਜ਼ਰੂਰੀ ਹੈ ਭੈਣੇ। 6 7 ਜਿਹੜੇ ਬੈਂਡ ਹੈ ਉਹ ਤੁਸੀਂ ਉੱਥੋਂ ਹੀ ਪਹਿਲਾਂ ਲੈਣ ਜੋਗੇ ਹੋਵੋ, ਫਿਰ ਹੀ ਤੁਸੀਂ ਇੱਥੇ ਆ ਕੇ ਕਾਮਯਾਬ ਜਿਹੜੇ ਮੈਂ ਕਹਿੰਦਾ ਹੋ ਸਕਦਾ। ਸੋ ਇਹ ਗੱਲਾਂ ਅਸੀਂ ਬਹੁਤ ਸਿਆਣੇ ਤਾਂ ਨਹੀਂ, ਪਰ ਭੈਣੇ ਹੈ ਨਾ ਥੋੜ੍ਹਾ ਜਿਹਾ ਤਜਰਬਾ ਆ, ਥੋੜ੍ਹਾ ਜਿਹਾ ਤਜਰਬਾ ਆਸੇ-ਪਾਸੋਂ ਲਿਆ ਆ। ਅਤੇ ਅਸੀਂ ਜਿੰਨੀਆਂ ਕੋਈ ਗੱਲਾਂ ਅਤੇ ਅਸੀਂ ਹੋਰ ਵੀ ਇੱਕ ਐਪੀਸੋਡ ਬਣਾਵਾਂਗੇ, ਕੁਛ ਨਾ ਕੁਛ ਹੋਰ ਚੀਜ਼ਾਂ ਆਪਾਂ ਸ਼ੇਅਰ ਕਰਾਂਗੇ ਜ਼ਰੂਰ। ਅਤੇ ਇਹ ਸਾਡੀਆਂ ਸਾਰੀਆਂ ਗੱਲਾਂ ਬਾਤਾਂ ਨੇ। ਪਰ ਮੈਂ ਵੀ ਐਂਡ 'ਤੇ ਕਹਿਣਾ ਚਾਹੁੰਦੀ ਹਾਂ ਵੀ ਇੱਧਰ ਆ ਕੇ ਔਖੇ ਹੋਣ ਨਾਲੋਂ ਹੈ ਨਾ, ਹਾਂਜੀ ਭੈਣੇ, 10-12 ਸਾਲ ਤੁਹਾਡੇ ਇੱਥੇ ਕੁਛ ਬਣੇ ਹੀ ਨਾ, ਜਾਂ ਫਿਰ ਤੁਸੀਂ ਮਤਲਬ ਛੋਟੀ ਚੀਜ਼ਾਂ ਦੇ ਨਾਲ ਹੀ ਜੂਝਦੇ ਰਹੋ, ਉਹਦੇ ਨਾਲੋਂ ਬੈਟਰ ਹੈ ਕਿ ਤੁਸੀਂ ਪੰਜਾਬ ਰਹਿ ਕੇ 2 ਸਾਲ ਹੋਰ ਵੇਟ ਕਰ ਲਓ, ਤਾਂ ਤੁਸੀਂ ਪੱਕੇ ਤੌਰ 'ਤੇ ਅਗਰ ਆ ਜਾਵੋ ਜਾਂ ਫਿਰ ਇੱਕ ਚੰਗਾ ਪਿੱਛੋਂ ਬੈਕਅਪ ਤੁਸੀਂ ਲੈ ਕੇ ਆਵੋ, ਤਾਂ ਉਹਦੇ ਲਈ ਤੁਹਾਨੂੰ ਇੱਧਰ ਆ ਕੇ ਕੰਮ ਕਰਨਾ ਵੀ ਸੌਖਾ ਹੋ ਜੀ। ਉੱਥੇ ਐਂ ਲੱਗਦਾ ਕਿ ਸਾਨੂੰ ਬਾਹਰ ਜਾ ਕੇ ਪੜ੍ਹਨਾ ਨਹੀਂ ਪੈਣਾ, ਵੀ ਸਾਨੂੰ ਬਾਹਰ ਜਾ ਕੇ ਪੜ੍ਹਨਾ ਨਹੀਂ ਪੈਣਾ, ਔਰ PR ਵੀ ਹੋ ਜਾਵਾਂਗੇ, ਬਸ ਉੱਧਰ ਕੰਮ ਕਰ ਲਾਂਗੇ, ਆਹ ਕਰ ਲਾਂਗੇ, ਇਹ ਕਰ ਲਾਂਗੇ, ਕਿ ਡਾਲਰਾਂ ਦੀ ਭੁੱਖ ਹੈ ਜਿਹੜੀ ਉਹ ਲੱਗ ਜਾਂਦੀ ਹੈ। ਪਰ ਉਹ ਸਮਾਂ ਹੋਰ ਸੀਗਾ, ਸਾਡੇ ਚਾਚੇ ਤਾਇਆਂ ਵਾਲਾ ਸਮਾਂ ਸੀਗਾ, ਪਰ ਅੱਜ ਦਾ ਸਮਾਂ ਜਿਹੜਾ ਉਹ ਪੜ੍ਹਾਈ ਦਾ ਆ। ਜੇਕਰ ਤੁਸੀਂ ਪੜ੍ਹਾਈ 'ਚ ਵਧੀਆ ਹੋ ਤਾਂ ਮੈਨੂੰ ਲੱਗਦਾ ਤੁਸੀਂ ਉੱਥੇ ਹੀ ਵਧੀਆ ਪੜ੍ਹ ਸਕਦੇ ਹੋ, ਫਿਰ ਉੱਥੇ ਹੀ ਵਧੀਆ ਡਿਗਰੀਆਂ ਕਰ ਸਕਦੇ ਹੋ। ਪਰ ਜੇ ਤੁਹਾਨੂੰ ਲੱਗਦਾ ਤੁਸੀਂ ਪੜ੍ਹਾਈ ਨਹੀਂ ਕਰ ਸਕਦੇ ਤਾਂ ਫਿਰ ਬਿਨਾਂ ਪੜ੍ਹਾਈ ਤੋਂ ਆਉਣਾ ਯਾਨੀ ਕਿ ਇੱਥੇ ਉਹ ਫਿਰ ਸੈਣੀ ਹੈ। ਚਲੋ ਇੱਕ ਵਾਰੀ ਬੰਦਾ 6 ਬੈਂਡ ਲੈ ਲੈਂਦਾ ਕਿਵੇਂ ਨਾ ਕਰਾ ਕੇ ਨਾ, ਪਰ ਚਲੋ ਫਿਰ ਵੀ ਹੈ ਵੀ ਅੱਗੇ ਤੁਹਾਡੀ ਜੇ ਮਿਹਨਤ ਤੁਹਾਨੂੰ ਲੱਗਦਾ ਵੀ ਤੁਸੀਂ ਪੜ੍ਹ ਸਕਦੇ ਹੋ ਵਧੀਆ, ਤਾਂ ਮੋਸਟ ਵੈਲਕਮ ਹੈ, ਜ਼ਰੂਰ ਆਓ। ਪਰ ਜਿਵੇਂ ਹੁਣ COVID-19 ਕਰਕੇ ਚੱਲੀ ਜਾਂਦਾ, ਹੁਣ ਵੀ ਚੱਲੀ ਜਾਂਦਾ ਭੈਣੇ, ਸੌਰੀ ਇਹ ਚੀਜ਼ ਫਿਰ ਰਹਿ ਜਾਣੀ ਹੈ ਕਿ ਲੋਕੀ ਉਹ ਏਜੰਟ ਕਹੀ ਜਾਂਦੇ ਵੀਜ਼ਾ ਲੱਗ ਜਾਂਦਾ। ਸੋ ਉਹਦਾ ਪਹਿਲਾਂ ਇੱਕ ਵਾਰੀ ਪਤਾ ਕਰ ਲਓ ਜ਼ਰੂਰ ਕਿ ਵੀਜ਼ਾ ਲੱਗਦਾ ਵੀ ਹੈ ਕਿ ਨਹੀਂ ਲੱਗਦਾ, ਕਿਉਂਕਿ ਹਜੇ ਫਿਲਹਾਲ ਸਾਰੀਆਂ ਚੀਜ਼ਾਂ ਬੰਦ ਪਈਆਂ ਅਤੇ ਹੋ ਸਕਦਾ 6-7 ਮਹੀਨੇ ਤੱਕ ਇਹ ਕੰਮ ਚਲਾ ਜਾਵੇ ਅੱਗੇ, ਅਤੇ ਹਜੇ ਵੀਜ਼ੇ ਨਾ ਲੱਗਣ। ਵੀਜ਼ੇ ਲੱਗ ਵੀ ਗਏ, ਹੋ ਸਕਦਾ ਫਲਾਈਟਾਂ ਹੀ ਨਾ ਚੱਲਣ ਅਤੇ ਤੁਸੀਂ ਆ ਨਹੀਂ ਸਕਦੇ, ਕਿਉਂਕਿ ਬਹੁਤ ਸਾਰੇ ਇਹੋ ਜਿਹੇ ਜਿਹੜੇ ਟੈਂਪਰੇਰੀ ਵੀਜ਼ੇ ਉੱਪਰ ਸੀਗੇ ਉਹ ਵੀਰ ਉੱਧਰ ਫਸੇ ਹੋਏ ਹਜੇ ਤੱਕ ਆ ਨਹੀਂ ਸਕੇਗੇ। ਸੋ ਤੁਸੀਂ ਵੀਰ ਬਣ ਕੇ ਕਿਸੇ ਵੀ ਏਜੰਟ ਕੋਲ ਆਪਦਾ ਪੈਸਾ ਨਾ ਫਸਾਓ, ਅਤੇ ਅਖੀਰਲੀ ਤੁਹਾਨੂੰ ਸਲਾਹ ਹੀ ਹੈ ਬਸ। ਥੈਂਕ ਯੂ ਸੋ ਮਚ ਪਵਨ, ਬੜੀ ਠੰਡ ਦੇ ਵਿੱਚ ਸਾਡੇ ਨਾਲ ਪ੍ਰੋਗਰਾਮ ਕੀਤਾ, ਲਾਈਟ ਪ੍ਰੋਪਰਲੀ ਸੀ ਮਿਲ ਰਹੀ ਇੰਡੋਰ, ਤੇ ਥੈਂਕ ਯੂ ਸੋ ਮਚ ਪਵਨ। ਤੇ ਆਪਾਂ ਬੀ ਸੋਸ਼ਲ ਤੇ ਗੱਲਬਾਤ ਕਰਦੇ ਰਹਾਂਗੇ। ਬੀ ਸੋਸ਼ਲ ਦਾ ਬਹੁਤ ਬਹੁਤ ਧੰਨਵਾਦ ਭੈਣੇ, ਤੁਸੀਂ ਮੌਕਾ ਦਿੱਤਾ, ਸਾਡੀਆਂ ਥੋੜ੍ਹੀਆਂ ਗੱਲਾਂ ਜਿਹੜੀਆਂ ਲੋਕਾਂ ਤੱਕ ਗਈਆਂ। ਸੋ ਹੋ ਸਕਦਾ ਵੀ ਅਸੀਂ ਕਿਤੇ ਗਲਤ ਵੀ ਹੋ ਸਕਦੇ ਹਾਂ, ਪਰ ਇਹ ਸਾਡਾ ਨਿੱਜੀ ਤਜਰਬਾ ਸੀਗਾ ਜਿੰਨਾ ਵੀ ਸੀਗਾ। ਥੈਂਕ ਯੂ ਭੈਣੇ, ਥੈਂਕ ਯੂ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ।